ਕਹਿੰਦੇ ਅਕਾਲ ਪੁਰਖ ਕਹਿੰਦਾ ਨਾ ਤੇਰਾ ਦੇਗ ਰੁਕੇਗੀ ਤੇ ਨਾ ਤੇਰੀ ਤੇਗ ਰੁਕੇਗੀ। ਫਿਰ ਕਹਿੰਦੇ ਅਗਲਾ ਬਚਨ ਮੰਗਿਆ ਅਸੀਂ, ਦੇਹ ਸ਼ਿਵਾ ਬਰ ਮੋਹੇ ਇਹ ਸ਼ੁਭ ਕਰਮਨ ਤੇ ਕਬਹੂ ਨਾ ਡਰੋ, ਨਾ ਡਰੋ ਅਰਸੋਂ ਜਬ ਜਾਏ ਲਰੋਂ, ਨਿਸ਼ਚੈ ਕਰ ਆਪਣੀ ਜੀਤ ਕਰੂੰ, ਅਰ ਸਿੱਖ ਹੂੰ ਆਪਣੇ ਹੀ ਮਨ ਕੋ, ਇਹ ਲਾਲਚ ਹੋ ਗੁਣ ਤੋ ਚਰੂੰ, ਜਬ ਆਪ ਕੀ ਔਦ ਨਿਧਾਨ ਬਣੇ, ਅਤ ਹੀ ਰਣ ਮੈਂ ਤਦ ਜੂਝ ਮਰੂ। ਕਿ ਇਹੋ ਜੀ ਕਿਰਪਾ ਕਰ ਦੇ, ਚੰਗੇ ਕੰਮਾਂ ਤੋਂ ਮੈਂ ਰੋਕਾਂ ਨਾ, ਤੇ ਜਦ ਮੇਰਾ ਅੰਤ ਸਮਾਂ ਆਵੇ ਕਿਤੇ ਮਿੰਜੇ ਤੇ ਪੈ ਕੇ ਨਾ ਤੁਰ ਜਾਵਾਂ, ਜੰਗ 'ਚ ਜੂਝ ਕੇ ਮਰਾਂ। ਅਕਾਲ ਪੁਰਖ ਕਹਿੰਦੇ ਇਹ ਵੀ ਦਿੱਤਾ। ਹੁਣ ਇੱਥੇ ਕਈ ਲੋਕ, ਇੱਕ ਗੁਰਮੁਖ ਪਿਆਰੇ ਨੇ ਸਾਨੂੰ ਵੀ ਕਹਿ ਦਿੱਤਾ ਸੀ, ਕਹਿੰਦਾ ਗੁਰੂ ਗੋਬਿੰਦ ਸਿੰਘ ਜੀ ਸ਼ਿਵ ਜੀ ਦੇ ਪੁਜਾਰੀ ਸੀ, ਆਖੋ ਸਤਿਨਾਮ। ਮੈਂ ਕਿਹਾ ਭਾਈ ਨਹੀਂ। ਕਹਿੰਦਾ ਜੀ ਗੁਰੂ ਗੋਬਿੰਦ ਸਿੰਘ ਜੀ ਆਪ ਕਹਿੰਦੇ ਨੇ ਵੀ ਦੇਹ ਸ਼ਿਵਾ ਬਰ ਮੋਹੇ, ਉਹ ਸ਼ਿਵ ਜੀ ਤੋਂ ਬਰ ਮੰਗਦੇ ਨੇ। ਮੈਂ ਕਿਹਾ ਉਹਨਾਂ ਦੀ ਬਾਣੀ ਹੋਰ ਵੀ ਪੜ੍ਹੋ, ਆਪਾਂ ਵੀ ਰੋਜ਼ ਪੜ੍ਹਦੇ ਹਾਂ ਚੌਪਈ ਸਾਹਿਬ। ਸਾਹਿਬ ਕਹਿੰਦੇ ਮਹਾਦੇਵ ਕੋ ਕਹਿਤ ਸਦਾ ਸ਼ਿਵ, ਨਿਰੰਕਾਰ ਕਾ ਚੀਂਤ ਨਹਿ ਪਿਵ। ਕਹਿੰਦੇ ਭੋਲੇ ਸ਼ੰਕਰ ਮਹਾਦੇਵ ਨੂੰ ਸ਼ਿਵ ਜੀ ਬਣਾਈ ਜਾਂਦੇ ਨੇ, ਆਖੋ ਸਤਿਨਾਮ। ਮਹਾਦੇਵ ਕੋ ਕਹਿਤ ਸਦਾ ਸ਼ਿਵ, ਨਿਰੰਕਾਰ ਕਾ ਚਿੰਤ ਨਹਿ ਪਿਵ। ਉਹ ਕਹਿੰਦੇ ਜਿਹੜਾ ਸ਼ਿਵ ਹੈ ਉਹ ਅਕਾਲ ਪੁਰਖ ਵਾਹਿਗੁਰੂ ਦਾ ਹੀ ਨਾਮ ਹੈ। ਗੁਰਬਾਣੀ ਪੜ੍ਹਨੀ ਵੀ ਹੈ, ਸੁਣਨੀ ਵੀ ਹੈ, ਬੇਨਤੀ ਹੈ ਵਿਚਾਰ ਵੀ ਜ਼ਰੂਰ ਕਰਨੀ। ਜਦੋਂ ਵਿਚਾਰ ਕਰਾਂਗੇ ਫਿਰ ਪਤਾ ਲੱਗੂ ਸਤਿਗੁਰੂ ਜੀ ਕੀ ਕਹਿੰਦੇ। ਕਈ ਵਾਰੀ ਸ਼ੰਕਾਵਾਂ ਪੈਦਾ ਹੋ ਜਾਂਦੀਆਂ ਨੇ ਬਾਣੀ ਪੜ੍ਹਦੇ ਪੜ੍ਹਦੇ, ਪਰ ਜੇ ਨਿਵਰਤੀ ਕਰ ਲਈਏ ਤੇ ਸਮਝ ਆ ਜਾਂਦੀ ਹੈ ਕਿ ਕੋਈ ਸ਼ੰਕਾ ਵਾਲੀ ਗੱਲ ਨਹੀਂ। ਇੱਕ ਜਗ੍ਹਾ ਬਾਣੀ ਦੇ ਵਿੱਚ ਬਚਨ ਆਉਂਦਾ ਹੈ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਕਿ ਰੱਬ ਆਪ ਆਇਆ। ਗੁਰੂ ਨਾਨਕ ਪਾਤਸ਼ਾਹ ਜੀ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਤੇ ਦੂਸਰੀ ਜਗ੍ਹਾ ਤੇ ਪਤਾ ਕੀ ਲਿਖਿਆ, ਸਾ ਰਸਨਾ ਜਲ ਜਾਓ ਜੋ ਕਹੈ ਠਾਕੁਰ ਯੋਨੀ। ਕਹਿੰਦੇ ਉਹਦੀ ਜੀਭ ਸੜ ਜਾਵੇ ਜਿਹੜਾ ਕਹੇ ਕਿ ਰੱਬ ਨੇ ਜਨਮ ਲਿਆ। ਆਖੋ ਸਤਿਨਾਮ। ਇੱਕ ਪਾਸੇ ਬਾਣੀ ਦਾ ਫੈਸਲਾ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਕਿ ਰੱਬ ਆਪ ਆਇਆ। ਦੂਜੇ ਪਾਸੇ ਸਾਹਿਬ ਕਹਿੰਦੇ ਉਹਦੀ ਜੀਭ ਸੜ ਜਾਵੇ ਜਿਹੜਾ ਕਹੇ ਕਿ ਰੱਬ ਨੇ ਜਨਮ ਲਿਆ। ਹੁਣ ਇੱਥੇ ਸ਼ੰਕਾ ਪੈਦਾ ਹੋ ਜਾਣੀ ਜੇ ਵਿਚਾਰ ਨਾ ਕੀਤੀ ਕਿ ਇੱਕ ਪਾਸੇ ਬਾਣੀ ਆਹ ਕਹਿੰਦੀ, ਦੂਜੇ ਪਾਸੇ ਆਹ ਕਹਿੰਦੀ। ਸਮਝਾਉਣ ਲਈ ਦਲੀਲਾਂ ਦੇਣੀਆਂ ਪੈਂਦੀਆਂ ਨੇ ਗੁਰਮੁਖ ਪਿਆਰਿਓ। ਕੋਈ ਬੰਦਾ ਗਰੀਬ ਹੋਵੇ ਨਾ, ਹੁਣ ਗਰੀਬ ਕੋਲ ਜਗ੍ਹਾ ਵੀ ਥੋੜੀ ਉਹ ਹੁੰਦੀ ਹੈ ਤੇ ਉਹਦੇ ਕੋਲ ਮਾਇਆ ਵੀ ਥੋੜੀ ਉਹ ਹੁੰਦੀ ਹੈ। ਗਰੀਬ ਜਦੋਂ ਚਾਹੁੰਦਾ ਕਿ ਮੈਂ ਹੋਰ ਮਕਾਨ ਬਣਾ ਲਵਾਂ, ਨਵਾਂ ਮਕਾਨ ਬਣਾ ਲਵਾਂ, ਉਹ ਕੀ ਕਰਦਾ, ਦੋ ਛੋਟੇ ਛੋਟੇ ਕਮਰੇ ਨੇ, ਇੱਕ ਕਮਰੇ ਚੋਂ ਸਮਾਨ ਕੱਢ ਕੇ ਦੂਜੇ 'ਚ ਰੱਖ ਲੈਂਦਾ ਤੇ ਉਹ ਪਹਿਲੇ ਕਮਰੇ ਦੀ ਉਹਦੀ ਤਿਆਰੀ ਕਰਨੀ ਸ਼ੁਰੂ ਕਰ ਦਿੰਦਾ, ਬਣਾਉਣ ਲੱਗ ਜਾਂਦਾ। ਉਹ ਬਣ ਜਾਂਦਾ, ਉਧਰਲਾ ਸਮਾਨ ਉਧਰ ਕੱਢ ਕੇ ਉਧਰਲੇ ਕਮਰੇ ਨੂੰ ਬਣਾਉਣ ਲੱਗ ਜਾਂਦੇ। ਸਮਝੋ, ਧਿਆਨ ਦਿਓ। ਗਰੀਬ ਮਕਾਨ ਬਣਾਉਂਦਾ ਹੈ ਪਰ ਵਿੱਚੇ ਬੈਠਾ ਹੁੰਦਾ ਮਕਾਨ ਦੇ, ਵਿੱਚ ਬੈਠ ਕੇ, ਕਿਉਂਕਿ ਉਹਦੇ ਕੋਲ ਜ਼ਮੀਨ ਵੀ ਬਹੁਤੀ ਨਹੀਂ, ਉਹਦੇ ਕੋਲ ਮਾਇਆ ਵੀ ਬਹੁਤੀ ਨਹੀਂ। ਦੂਜੇ ਪਾਸੇ ਅਮੀਰ ਲੋਕ, ਉਹਨਾਂ ਕੋਲ ਜ਼ਮੀਨ ਦਾ ਵੀ ਕੋਈ ਹਿਸਾਬ ਨਹੀਂ ਤੇ ਮਾਇਆ ਦਾ ਵੀ ਕੋਈ ਹਿਸਾਬ ਨਹੀਂ। ਜਦੋਂ ਉਹਨਾਂ ਦੀ ਭਾਵਨਾ ਹੁੰਦੀ ਹੈ ਕਿ ਅਸੀਂ ਨਵਾਂ ਮਕਾਨ ਕੋਠੀ ਬਣਾਉਣੀ ਹੈ, ਉਹ ਠੇਕੇਦਾਰ ਨੂੰ ਨਕਸ਼ਾ ਬਣਾ ਕੇ ਠੇਕਾ ਦੇ ਦਿੰਦੇ ਨੇ ਕਿ ਇਸ ਤਰ੍ਹਾਂ ਕਰਕੇ ਆ ਮੇਰਾ ਮਕਾਨ ਬਣਾ ਦਿਓ। ਪਰ ਉਹ ਅਮੀਰ ਬੰਦਾ ਉਸ ਮਕਾਨ ਦੇ ਵਿੱਚ ਨਹੀਂ ਬੈਠਾ ਹੁੰਦਾ ਜਿੱਥੇ ਮਕਾਨ ਬਣਦਾ ਹੈ।
ਉਹ ਆਪਣੀ ਹੋਰ ਜਗ੍ਹਾ ਤੇ ਬੈਠਾ ਹੁੰਦਾ ਜਿੱਥੇ ਉਹਦੀ ਰਿਹਾਇਸ਼ ਹੈ, ਤੇ ਮਕਾਨ ਉਹਦਾ ਕਿਤੇ ਹੋਰ ਬਣਦਾ ਹੈ, ਤੇ ਉਹ ਅਮੀਰ ਬੰਦਾ ਮਕਾਨ ਦੇ ਵਿੱਚ ਆ ਕੇ ਉਦੋਂ ਬੈਠਦਾ ਜਦੋਂ ਮਕਾਨ ਪੂਰਾ ਤਿਆਰ ਹੋ ਜਾਂਦਾ ਹੈ, ਕੰਪਲੀਟ ਹੋ ਜਾਵੇ, ਫਿਰ ਆ ਕੇ ਬੈਠਦਾ। ਗਰੀਬ ਮਕਾਨ ਬਣਾਉਂਦਾ ਵਿੱਚ ਬੈਠ ਕੇ ਹੀ ਬਣਾਉਂਦਾ, ਅਮੀਰ ਮਕਾਨ ਬਣਾਉਂਦਾ ਬੈਠਾ ਕਿਤੇ ਹੋਰ, ਮਕਾਨ ਬਣਦਾ ਉਹ ਮਕਾਨ ਹੋਣ ਤੋਂ ਬਾਅਦ ਫਿਰ ਆ ਕੇ ਪ੍ਰਵੇਸ਼ ਕਰਦਾ। ਇਸੇ ਤਰ੍ਹਾਂ ਜਿਹੜੇ ਆਪਾਂ ਸੰਸਾਰੀ ਜੀਵਾਂ, ਆਪਾਂ ਗਰੀਬਾਂ ਦੀ ਨਿਆਈਏ, ਜਦ ਆਪਣਾ ਸਰੀਰ ਰੂਪੀ ਮਕਾਨ ਮਾਂ ਦੇ ਗਰਭ ਦੇ ਵਿੱਚ ਬਣਦਾ ਹੈ ਤੇ ਅਸੀਂ ਵੀ ਵਿੱਚੇ ਬੈਠੇ ਹੁੰਨੇ ਆ। ਆਖੋ ਸਤਿਨਾਮ। ਅਸੀਂ ਵਿੱਚੇ ਹੀ ਬੈਠੇ ਹੁੰਨੇ ਆ, ਵਿੱਚੇ ਹੀ ਬੈਠੇ ਤੇ ਸਾਡਾ ਸਰੀਰ ਰੂਪੀ ਮਕਾਨ ਵੀ ਬਣੀ ਜਾਂਦਾ। ਪਰ ਅਕਾਲ ਪੁਰਖ ਵਾਹਿਗੁਰੂ ਸਤਿਗੁਰੂ ਪਾਤਸ਼ਾਹ ਇਹ ਜਦੋਂ ਮਕਾਨ ਸਰੀਰ ਰੂਪੀ ਤਿਆਰ ਹੋ ਕੇ ਬਾਹਰ ਆਉਂਦਾ ਤੇ ਉਦੋਂ ਲਿਆ ਕੇ ਆਪਣੀ ਜੋਤ ਵਿੱਚ ਰੱਖ ਦਿੰਦੇ ਨੇ। ਆਖੋ ਸਤਿਨਾਮ। ਰੱਬ ਵੀ ਆਉਂਦਾ ਹੈ ਤੇ ਉਹ ਜਨਮ ਵੀ ਨਹੀਂ ਲੈਂਦਾ। ਗੁਰੂ ਨਾਨਕ ਪਾਤਸ਼ਾਹ ਦੇ ਪ੍ਰਥਾਏ ਆਪਾਂ ਸਰਵਣ ਕਰਦੇ ਹਾਂ ਕਿ ਦੌਲਤਾਂ ਦਾ ਹੀ ਨਹੀਂ ਦੇਖਿਆ ਕਿ ਇੰਨਾ ਪ੍ਰਕਾਸ਼ ਹੋਇਆ ਜਨਮ ਸਮੇਂ। ਕਾਰਨ ਕੀ ਸੀ ਕਿ ਗੁਰੂ ਨਾਨਕ ਪਾਤਸ਼ਾਹ ਦੀ ਜੋਤ, ਉਧਰ ਬੱਚਾ ਬਾਹਰ ਆਇਆ ਜਨਮ ਲੈ ਕੇ ਤੇ ਉਧਰ ਆ ਕੇ ਜੋਤ ਵਿੱਚ ਪੈ ਗਈ। ਇਸੇ ਤਰ੍ਹਾਂ ਪੀਰ ਭੀਖ ਮੁਸ਼ਾ ਨੇ ਪਛਾਣਿਆ ਸੀ ਬਾਜਾਂ ਵਾਲੇ ਪਾਤਸ਼ਾਹ। 10 ਗੁਰੂ ਸਾਹਿਬਾਨ ਹੋਏ ਨੇ। ਪਹਿਲੇ 9 ਗੁਰੂ ਸਾਹਿਬਾਨ ਨੇ ਜੋ ਪ੍ਰਗਟ ਹੋਏ ਪੰਜਾਬ ਦੀ ਧਰਤੀ ਤੇ ਹੋਏ। ਉਦੋਂ ਪਾਕਿਸਤਾਨ ਪੰਜਾਬ ਇੱਧਰ ਇਕੱਠਾ ਸੀ। 9 ਗੁਰੂ ਸਾਹਿਬਾਨ ਪੰਜਾਬ ਦੀ ਧਰਤੀ ਤੇ ਪ੍ਰਗਟ ਹੋਏ ਤੇ 10ਵੇਂ ਪਾਤਸ਼ਾਹ ਜਾ ਕੇ ਬਿਹਾਰ ਦੀ ਧਰਤੀ ਤੇ ਪ੍ਰਗਟ ਹੋਏ। ਕਦੀ ਸੋਚਿਆ, ਵਿਚਾਰ ਕੀਤੀ ਹੈ ਕਿ ਜਦੋਂ 9 ਇੱਥੇ ਪ੍ਰਗਟ ਹੋ ਗਏ 10ਵੇਂ ਨੂੰ ਕੀ ਲੋੜ ਪੈ ਗਈ ਉੱਥੇ ਜਾਣ ਦੀ। ਆਖੋ ਸਤਿਨਾਮ। ਉਹ ਵੀ ਇੱਥੇ ਪ੍ਰਗਟ ਹੋ ਸਕਦੇ ਸੀ। ਸਮਝਿਓ ਥੋੜਾ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਪ੍ਰਗਟ ਹੋਏ ਰਾਏ ਭੋਏ ਦੀ ਤਲਵੰਡੀ। ਧੰਨ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਪ੍ਰਗਟ ਹੋਏ ਮੱਤੇ ਨਾਗੇ ਦੀ ਸਰਾਂ। ਧੰਨ ਧੰਨ ਸਤਿਗੁਰੂ ਅਮਰਦਾਸ ਮਹਾਰਾਜ ਜੀ ਪ੍ਰਗਟ ਹੋਏ ਬਾਸਰ ਕੇ। ਧੰਨ ਧੰਨ ਸਤਿਗੁਰੂ ਰਾਮਦਾਸ ਮਹਾਰਾਜ ਜੀ ਪ੍ਰਗਟ ਹੋਏ ਚੂਨਾ ਮੰਡੀ ਲਾਹੌਰ। ਧੰਨ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਪ੍ਰਗਟ ਹੋਏ ਗੋਇੰਦਵਾਲ ਸਾਹਿਬ। ਧੰਨ ਧੰਨ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਪ੍ਰਗਟ ਹੋਏ ਗੁਰੂ ਕੀ ਵਡਾਲੀ। ਧੰਨ ਧੰਨ ਸਤਿਗੁਰੂ ਹਰਿ ਸਾਹਿਬ ਮਹਾਰਾਜ ਜੀ ਪ੍ਰਗਟ ਹੋਏ ਕੀਰਤਪੁਰ ਸਾਹਿਬ। ਧੰਨ ਧੰਨ ਸਤਿਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਪ੍ਰਗਟ ਹੋਏ ਕੀਰਤਪੁਰ ਸਾਹਿਬ। ਧੰਨ ਧੰਨ ਸਤਿਗੁਰੂ ਤੇਗ ਬਹਾਦਰ ਮਹਾਰਾਜ ਜੀ ਪ੍ਰਗਟ ਹੋਏ ਅੰਮ੍ਰਿਤਸਰ ਸਾਹਿਬ। ਪਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪ੍ਰਗਟ ਹੋਏ ਬਿਹਾਰ ਦੀ ਧਰਤੀ ਤੇ ਪਟਨੇ ਦੇ ਵਿੱਚ। ਕੋਈ ਕਾਰਨ ਹੋਵੇਗਾ, ਨਹੀਂ ਤਾਂ ਉਹ ਵੀ ਇੱਥੇ ਪ੍ਰਗਟ ਹੋ ਸਕਦੇ ਸੀ। ਆਓ ਇਤਿਹਾਸ ਨਾਲ ਜੁੜਾਂਗੇ ਤੇ ਫਿਰ ਪਤਾ ਲੱਗੇਗਾ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਸੰਸਾਰ ਦਾ ਉਧਾਰ ਕਰਦੇ ਹੋਏ ਜਦੋਂ ਕੌਡੇ ਰਾਖਸ਼ ਦਾ ਉਧਾਰ ਕਰਕੇ ਅੱਗੇ ਚੱਲੇ ਨਾ, ਅੱਗੇ ਪਹੁੰਚੇ ਜਾ ਕੇ ਉਹ ਬਿਸ਼ੰਬਰਪੁਰ। ਬਾਹਰ ਜਾ ਕੇ ਨਗਰ ਤੋਂ ਡੇਰਾ ਲਾ ਲਿਆ। ਭਾਈ ਮਰਦਾਨਾ ਜੀ ਕਹਿੰਦੇ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰੋ, ਲੰਗਰ ਪ੍ਰਸ਼ਾਦੇ ਦਾ ਪ੍ਰਬੰਧ ਕਰੋ, ਭੁੱਖ ਲੱਗੀ ਹੈ। ਇੱਕ ਬੇਨਤੀ ਹੈ ਹੱਥ ਬੰਨ੍ਹ ਕੇ, ਜ਼ਿਆਦਾ ਸਾਖੀਆਂ ਕਥਾ ਕਹਾਣੀਆਂ ਭਾਈ ਮਰਦਾਨੇ ਦੀਆਂ ਏਦਾਂ ਹੀ ਨੇ ਕਿ ਉਹਨਾਂ ਨੂੰ ਭੁੱਖ ਲੱਗੀ। ਉਹਨਾਂ ਨੂੰ ਭੁੱਖ ਨਹੀਂ ਸੀ ਲੱਗਦੀ। ਭੁੱਖਾ ਕੌਣ ਰਹਿ ਸਕਦਾ? ਸਾਹਿਬ ਦਾ ਬਚਨ ਹੈ, ਜਿਸਕਾ ਸਾਹਿਬ ਨੰਗਾ ਭੁੱਖਾ ਹੋਵੇ ਤਿਸਕਾ ਨਫਰ ਕਿੱਥੋਂ ਰੱਜ ਖਾਏ। ਜਿਹਦਾ ਮਾਲਕ ਭੁੱਖਾ ਹੋਊਗਾ ਉਹਦਾ ਨੌਕਰ ਤਾਂ ਭੁੱਖਾ ਰਹਿ ਸਕਦਾ, ਤੇ ਜਿਹਦਾ ਮਾਲਕ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਤਿੰਨਾਂ ਲੋਕਾਂ ਨੂੰ ਰੋਜੀ ਦੇਣ ਵਾਲਾ ਹੈ, ਤੇ ਉਹਦਾ ਸਾਥੀ ਕਿਵੇਂ ਭੁੱਖਾ ਰਹਿ ਸਕਦਾ?
ਭੁੱਖ ਦੀ ਗੱਲ ਕਿਸੇ ਦਾ ਉਧਾਰ ਕਰਨ ਲਈ ਖੇਡ ਰਚੀ ਜਾਂਦੀ ਸੀ। ਭਾਈ ਮਰਦਾਨਾ ਜੀ ਕਹਿੰਦੇ ਸਤਿਗੁਰੂ ਪਾਤਸ਼ਾਹ ਭੁੱਖ ਲੱਗੀ ਹੈ। ਸਾਹਿਬ ਕਹਿੰਦੇ ਭਾਈ ਮਰਦਾਨੇ ਅੱਜ ਰੁਕ ਜਾ, ਕੱਲ ਨੂੰ ਚੱਲਾਂਗੇ ਨਗਰ, ਫਿਰ ਸ਼ੱਕ ਲਗਾਵਾਂਗੇ। ਕਹਿੰਦਾ ਜੀ ਭੁੱਖ ਤਾਂ ਹੁਣ ਲੱਗੀ ਹੈ। ਭੁੱਖ ਬੜੀ ਭੈੜੀ ਹੈ। ਬਾਬਾ ਫਰੀਦ ਜੀ ਨੇ ਬਚਨ ਕੀਤਾ, ਫਰੀਦਾ ਮੌਤੋਂ ਭੁੱਖ ਬੁਰੀ, ਰਾਤੀ ਸੋਏ ਖਾਏ ਕੈ ਦਿਨੇ ਫੇਰ ਖੜੀ। ਕਹਿੰਦੇ ਜਿਹੜੀ ਭੁੱਖ ਹੈ ਮੌਤ ਤੋਂ ਵੀ ਭੈੜੀ ਹੈ। ਰਾਤ ਨੂੰ ਇਹਨੂੰ ਨਿਬੇੜ ਕੇ ਪਹਿਲਾਂ ਦਿਨ ਚੜ੍ਹਦੇ ਨੂੰ ਫੇਰਾ ਖੜਦੀ ਆ, ਸਵੇਰੇ ਮੁਕਾਉਂਦੇ ਦੁਪਹਿਰ ਨੂੰ ਫੇਰਾ ਖੜਦੀ। ਜਿਉਂ-ਜਿਉਂ ਭੁੱਖ ਮਿਟਾਉਣ ਦਾ ਯਤਨ ਕਰਦੇ ਆ ਇਹ ਵੱਧਦੀ ਜਾਂਦੀ ਹੈ। ਬਾਬਾ ਫਰੀਦ ਜੀ ਕਹਿੰਦੇ ਭੁੱਖ ਨਾਲੋਂ ਮੌਤ ਵਧੀਆ ਹੈ। ਜਦੋਂ ਇੱਕ ਵਾਰੀ ਆ ਜਾਂਦੀ ਹੈ ਮੁੜ ਕੇ ਭੁੱਖ ਲੱਗਦੀ ਹੋਈ ਨਹੀਂ। ਆਖੋ ਸਤਿਨਾਮ। ਇਸ ਭੁੱਖ ਦੇ ਦੁੱਖੋਂ ਹੀ ਬਾਜਾਂ ਵਾਲੇ ਪਾਤਸ਼ਾਹ ਨੂੰ ਸਿੰਘ ਬੇਦਾਵਾ ਲਿਖ ਕੇ ਚਲੇ ਗਏ ਸੀ ਕਿ ਸਾਥੋਂ ਭੁੱਖਿਆਂ ਤੋਂ ਹੁਣ ਖੰਡੇ ਨਹੀਂ ਚੱਲਦੇ। ਤੇ ਬਾਬਾ ਕਬੀਰ ਜੀ ਨੇ ਵੀ ਬਚਨ ਕਹਿ ਦਿੱਤਾ, ਭੁੱਖਾ ਭਗਤ ਨਾ ਕੀਜੈ, ਜਹ ਮਾਲਾ ਆਪਣੀ ਲੀਜੈ। ਕਿੰਨੇ ਦਿਨ ਹੋ ਗਏ ਭੁੱਖਿਆਂ ਨੂੰ? ਕਹਿੰਦੇ ਭਗਵਾਨ ਆਹ ਚੱਕ ਆਪਣੀ ਮਾਲਾ, ਜੇ ਪ੍ਰਸ਼ਾਦਾ ਨਹੀਂ ਦੇਣਾ ਤਾਂ ਤੇਰੀ ਮਾਲਾ ਵੀ ਨਹੀਂ ਫਿਰਨੀ। ਭੁੱਖ ਭੈੜੀ ਹੈ ਬਹੁਤ, ਕਿਸੇ ਵੀ ਵਸਤੂ ਦੀ ਭੈੜੀ ਹੋਵੇ। ਤੇ ਗੁਰਮੁਖ ਪਿਆਰਿਓ, ਭਾਈ ਮਰਦਾਨਾ ਕਹਿੰਦਾ ਸਤਿਗੁਰੂ ਪਾਤਸ਼ਾਹ ਭੁੱਖ ਤਾਂ ਹੁਣ ਲੱਗੀ ਹੈ, ਕੱਲ ਤੱਕ ਕਿੱਥੇ ਜਿਉਂਦੇ ਰਹਾਂਗੇ। ਸਾਹਿਬ ਨੇ ਪਵਿੱਤਰ ਚਰਨ ਕਮਲਾਂ ਦੀ ਖੜਾਮ ਇੱਕ ਠੀਕਰੀ ਨੂੰ ਲਾਈ, ਉਹਨੂੰ ਪਰੇ ਕੀਤਾ ਤੇ ਵਿੱਚੋਂ ਇੱਕ ਲਾਲ ਨਿਕਲ ਆਇਆ। ਉਹਦੇ ਬਾਰੇ ਗੁਰੂ ਨਾਨਕ ਪਾਤਸ਼ਾਹ ਹੀ ਜਾਣਦੇ ਸੀ। ਸਾਹਿਬ ਕਹਿੰਦੇ ਲੈ ਭਾਈ ਮਰਦਾਨਿਆ ਆ ਲੈ ਜਾ ਤੇ ਬਿਸ਼ੰਬਰਪੁਰ ਨਗਰ ਦੇ ਵਿੱਚੋਂ ਜਾ ਕੇ ਜੋ ਚੀਜ਼ ਖਰੀਦਣੀਆਂ ਖਰੀਦ ਲਿਆ। ਕਹਿੰਦਾ ਸਤਿਗੁਰੂ ਮਹਾਰਾਜ ਰੋਕੜੇ ਦੋ, ਇਹ ਕੱਚ ਦਾ ਕੌਣ ਕੀ ਦਊਗਾ? ਸਾਹਿਬ ਕਹਿੰਦੇ ਤੂੰ ਲੈ ਜਾ, ਬਹੁਤ ਪਦਾਰਥ ਮਿਲਣਗੇ, ਜਿੰਨੇ ਤੇਰੀ ਲੋੜ ਹੋਈ ਉਹਨੇ ਲਿਆਈ। ਭਾਈ ਮਰਦਾਨਾ ਜੀ ਚਲੇ ਗਏ। ਪਹਿਲੀ ਦੁਕਾਨ ਦੇ ਉੱਪਰ ਗਏ, ਹੱਥ ਦੇ ਉੱਪਰ ਲਾਲ ਰੱਖਿਆ, ਕਹਿੰਦੇ ਜੀ ਕੁਛ ਦੇ ਦਿਓ ਖਾਣ ਨੂੰ। ਜਿਹੜਾ ਦੁਕਾਨਦਾਰ ਸੀ ਨਾ ਉਹ ਕਹਿੰਦਾ ਕੱਚ ਵੱਟੇ ਨਹੀਂ ਕੁਛ ਮਿਲਦਾ ਹੁੰਦਾ। ਆਖੋ ਸਤਿਨਾਮ। ਕੱਚ ਦੀ ਗੋਲੀ ਚੱਕੀ ਫਿਰਦਾ, ਦੇ ਵੱਟੇ ਕੀ ਮਿਲੂਗਾ? ਕਹਿੰਦਾ ਜੀ ਮੇਰੇ ਗੁਰੂ ਨੇ ਤਾਂ ਕਿਹਾ ਸੀ ਇਹ ਬਹੁਤ ਪਦਾਰਥ ਆ ਜਾਣਗੇ। ਦੁਕਾਨਦਾਰ ਕਹਿੰਦਾ ਲੱਗਦਾ ਤੂੰ ਵੀ ਬਚਪਨ ਦੇ ਵਿੱਚ ਫਕੀਰ ਹੋ ਗਿਆ, ਤੇਰਾ ਗੁਰੂ ਵੀ ਬਚਪਨ 'ਚ ਫਕੀਰ ਹੋ ਗਿਆ, ਤੁਹਾਨੂੰ ਸੰਸਾਰ ਦਾ ਪਤਾ ਹੀ ਨਹੀਂ ਹੋਣਾ ਸੌਦੇ ਕਿਵੇਂ ਮਿਲਦੇ ਨੇ। ਰੋਕੜੇ ਚਾਹੀਦੇ ਨੇ, ਮਾਇਆ ਚਾਹੀਦੀ। ਭਾਈ ਮਰਦਾਨਾ ਅਗਲੀ ਦੁਕਾਨ ਤੇ ਚਲਾ ਗਿਆ, ਉੱਥੇ ਵੀ ਇਹੋ ਜਵਾਬ। ਸਾਰੀਆਂ ਦੁਕਾਨਾਂ ਤੇ ਘੁੰਮ ਲਿਆ ਪਰ ਕੋਈ ਵੀ ਸੌਦਾ ਨਹੀਂ ਦੇ ਰਿਹਾ। ਸੋਚਦਾ ਹੈ ਕਿ ਸਤਿਗੁਰੂ ਪਾਤਸ਼ਾਹ ਜੀ ਦਾ ਕਹਿੰਦੇ ਜਿੰਨਾ ਚਾਹੇ ਉਨਾ ਸੌਦਾ ਲਿਆਈ, ਤੇ ਇੱਥੇ ਤਾਂ ਕੋਈ ਦੁਕਾਨ ਤੇ ਨਹੀਂ ਚੜਨ ਦਿੰਦਾ। ਵਾਪਸ ਮੁੜਾਇਆ ਸਤਿਗੁਰਾਂ ਕੋਲ। ਸਤਿਗੁਰੂ ਮਹਾਰਾਜ ਕੋਈ ਸੌਦਾ ਨਹੀਂ ਦਿੰਦਾ। ਸਤਿਗੁਰੂ ਮਹਾਰਾਜ ਜੀ ਕਹਿੰਦੇ ਭਾਈ ਮਰਦਾਨੇ ਤੂੰ ਗਿਆ ਹੀ ਉਹਨਾਂ ਕੋਲ ਹੈ ਜਿਨ੍ਹਾਂ ਨੂੰ ਇਹਦੀ ਕੀਮਤ ਦਾ ਨਹੀਂ ਪਤਾ। ਆਖੋ ਸਤਿਨਾਮ। ਬਾਬਾ ਕਬੀਰ ਜੀ ਦਾ ਇੱਕ ਬਚਨ ਹੈ, ਉਹ ਜਿੱਥੇ ਮਿਲੇ ਨਾ ਸੁਦਾਗਰ ਪੂਰਾ, ਗਠੜੀ ਨਾ ਖੋਲੋ ਲਾਲਾਂ ਦੀ। ਮਿਲੇ ਨਾ ਸੁਦਾਗਰ ਪੂਰਾ, ਗਠੜੀ ਨਾ ਖੋਲੋ ਲਾਲਾਂ ਦੀ। ਬੋਲੋ ਭੈਣੇ।
ਪਿਆਰੇ ਜੀ ਗਠੜੀ ਨਾ ਖੋਲੋ ਲਾਲਾਂ ਦੀ, 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 ਪਿਆਰੇ ਜੀ ਜਿੱਥੇ ਮਿਲੇ ਨਾ ਸਦਾ ਗੁਰ ਪੂਰਾ, ਮਿਲੇ ਨਾ ਸਦਾ ਗੁਰ ਪੂਰਾ, ਪਿਆਰੇ ਜੀ ਗਠੜੀ ਨਾ ਖੋਲੋ ਲਾਲਾਂ, ਪਿਆਰੇ ਜੀ ਗਠੜੀ ਨਾ ਖੋਲੋ ਲਾਲਾਂ ਦੀ, ਜਿੱਥੇ ਮਿਲੇ ਨਾ ਸਦਾ ਗੁਰ ਪੂਰਾ, ਗਠੜੀ ਨਾ ਖੋਲੋ ਲਾਲਾਂ ਦੀ, ਮਿਲੇ ਨਾ ਸਦਾ ਗੁਰ ਪੂਰਾ, ਗਠੜੀ ਨਾ ਖੋਲੋ ਲਾਲਾਂ ਦੀ, ਰਾਮ ਕਬੀਰਾ ਪਾਏ ਕੈ ਪੀਰਾ ਡਾਟਨ ਬੋਲ, ਨਹੀਂ ਚੱਜਣ ਨਹੀਂ ਪਾਰਖੂ, ਨਹੀਂ ਬਾਤ ਨਹੀਂ ਬੋਲ, ਰਾਮ ਪਦਾਰਥ ਪਾਏ ਕੈ ਕਬੀਰਾ ਗਾਂਠ ਨਾ ਖੋਲ। ਬਾਬਾ ਕਬੀਰ ਜੀ ਕਹਿੰਦੇ ਜੇ ਤੈਨੂੰ ਮਾਲਕ ਦੇ ਨਾਮ ਦੀ ਕਿਰਪਾ ਹੋ ਗਈ ਆ, ਜਣੇ ਖਣੀ ਅੱਗੇ ਨਾ ਖੋਲਦਾ ਫਿਰੀ ਜਾਈ, ਆਖੋ ਸਤਨਾਮ। ਸ਼੍ਰੀ ਵਾਹਿਗੁਰੂ। ਕਿਉਂਕਿ ਕਿਸੇ ਨੇ ਮੁੱਲ ਨਹੀਂ ਪਾਉਣਾ, ਮੁੱਲ ਤਾਂ ਪਾਊਗਾ ਜੇ ਗਿਆਨਵਾਨ ਹੋਊਗਾ। ਵਾਪਸ ਮੁੜ ਆਇਆ, ਸਤਿਗੁਰੂ ਮਹਾਰਾਜ ਕੁਛ ਨਹੀਂ ਦਿੱਤਾ। ਸਾਹਿਬ ਕਹਿੰਦੇ ਤੂੰ ਗਿਆ ਹੀ ਉਹਨਾਂ ਕੋਲ ਐ ਜਿਨ੍ਹਾਂ ਨੂੰ ਇਹਦੀ ਕੀਮਤ ਦਾ ਨਹੀਂ ਪਤਾ। ਕਹਿੰਦਾ ਜੀ ਫਿਰ ਤੁਸੀਂ ਦੱਸ ਦਿਓ, ਕੋਈ ਆਏ ਮਿਲੇ ਕੋ ਗਾਹਕੀ ਲੈ ਕੋ ਮਹਿੰਗੇ ਮੋਲ। ਪੂਰਾ ਗਾਹਕ ਮਿਲ ਜਾਵੇ, ਜਿਹਨੂੰ ਗਿਆਨ ਹੈ ਉਹ ਪੈਸਾ ਬਥੇਰਾ ਲਾ ਦਿੰਦਾ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਭਾਈ ਮਰਦਾਨਿਆ, ਇਸ ਲਾਲ ਦਾ ਜਾਣੂ ਪਰਖੂ ਗਿਆਨਵਾਨ ਹੈ ਸਾਲ ਸਰਾਏ ਜੌਹਰੀ। ਉਹਦੇ ਕੋਲ ਲੈ ਜਾ ਤੇ ਉਹ ਤੈਨੂੰ ਸੌਦਾ ਦੇਊਗਾ। ਭਾਈ ਮਰਦਾਨਾ ਜੀ ਉਹ ਲਾਲ ਲੈ ਕੇ ਫੇਰ ਪੁੱਛਦੇ ਪਛਾਉਂਦੇ ਸਾਲ ਸਰਾਏ ਜੌਹਰੀ ਦੀ ਦੁਕਾਨ ਤੇ ਪਹੁੰਚ ਗਏ। ਹੱਥ ਦੇ ਉੱਪਰ ਲਾਲ ਰੱਖਿਆ, ਹੁਣ ਬੋਲਣ ਦੀ ਹਿੰਮਤ ਨਹੀਂ, ਕਿਉਂਕਿ ਪਹਿਲਾਂ ਸਾਰੇ ਦੁਕਾਨਦਾਰਾਂ ਨੇ ਬੇਇੱਜ਼ਤੀ ਉਹ ਕੀਤੀ ਸੀ। ਆਖੋ ਸਤਨਾਮ। ਸ਼੍ਰੀ ਵਾਹਿਗੁਰੂ। ਲਾਲ ਰੱਖਿਆ, ਕੁਛ ਦੇ ਦਿਓ। ਹੁਣ ਉਹ ਪਾਰਖੂ ਸੀ, ਬਾਕੀ ਸਾਰੇ ਲੋਕ ਕੱਚ ਸਮਝੀ ਬੈਠੇ ਸੀ। ਉਹਨੂੰ ਪਤਾ ਸੀ ਇਹ ਕਿੰਨਾ ਕੀਮਤੀ। ਇਹੀ ਹਾਲਤ ਸਾਡੀ ਹੈ ਗੁਰਮੁਖ ਪਿਆਰਿਓ। ਇਹ ਮਨੁੱਖਾ ਜਾਮਾਂ ਵੀ ਹੀਰੇ ਲਾਲਾਂ ਦੀ ਨਿਆਈਆਂ, ਪਰ ਸਾਨੂੰ ਇਹਦਾ ਗਿਆਨ ਨਹੀਂ। ਇਹਨੂੰ ਕੌਡੀਆਂ ਦੇ ਭਾਈ ਰੋਲੀ ਜਾਂਦੇ ਆ। ਆਖੋ ਸਤਨਾਮ। ਸਾਲ ਸਰਾਏ ਨੇ ਲਾਲ ਦੇਖਿਆ,
ਜੌਹਰੀ ਸੀ, ਉਹਨੇ ਲਾਲ ਲੈ ਕੇ ਉੱਚੀ ਜਗ੍ਹਾ ਤੇ ਰੱਖਿਆ ਤੇ ਪਹਿਲਾਂ ਭਾਈ ਮਰਦਾਨੇ ਨੂੰ ਲੰਬਾ ਪੈ ਕੇ ਮੱਥਾ ਟੇਕਿਆ, ਫਿਰ ਉਸ ਲਾਲ ਨੂੰ ਮੱਥਾ ਟੇਕਿਆ। ਭਾਈ ਮਰਦਾਨਾ ਜੀ ਹੈਰਾਨ। ਫਕੀਰ ਸਾਈਂ ਕੁਛ ਛਕ ਲਓ। ਜਲ ਪਾਣੀ ਛਕਾਇਆ। ਸਾਲਸਰਾਏ ਜੌਹਰੀ ਅੰਦਰ ਗਿਆ। ਚਾਂਦੀ ਦਾ ਥਾਲ, ਉਦੋਂ ਚਾਂਦੀ ਦੇ ਥਾਲ ਸੀ, ਚਾਂਦੀ ਦਾ 101 ਰੁਪਇਆ। ਉਹਨਾਂ ਸਮਿਆਂ 'ਚ ਜਿਹੜੇ ਸਮੇਂ ਗੁਰੂ ਨਾਨਕ ਪਾਤਸ਼ਾਹ ਨੇ 20 ਰੁਪਏ ਦਾ ਲੰਗਰ ਲਾਇਆ ਸੀ, ਅੱਜ ਤੱਕ ਨਹੀਂ ਮੁੱਕਿਆ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਚਾਂਦੀ ਦਾ ਥਾਲ 101 ਰੁਪਇਆ ਤੇ ਵਿੱਚੇ ਲਾਲ ਰੱਖ ਕੇ ਉੱਪਰ ਰੁਮਾਲ ਪਾ ਕੇ ਭਾਈ ਮਰਦਾਨੇ ਨੂੰ ਫੜਾਤਾ। ਭਾਈ ਮਰਦਾਨਾ ਜੀ ਸੋਚਣ ਲੱਗੇ ਕਿ ਲੱਗਦਾ ਜੌਹਰੀ ਨੇ ਭੁਲੇਖਾ ਲੱਗ ਗਿਆ, ਇਹਨੇ ਲਾਲ ਵੀ ਭੁਲੇਖੇ ਨਾਲੇ ਵਿਚਾਰੇ ਨੇ ਵਿੱਚੇ ਰੱਖਤਾ, ਕੀਮਤ ਤਾਂ ਦੇਤੀ ਸੀ। ਭਾਈ ਮਰਦਾਨਾ ਜੀ ਕਹਿੰਦੇ ਜੌਹਰੀ ਸਾਹਿਬ ਭੁਲੇਖੇ ਨਾਲ ਤੁਸੀਂ ਲਾਲ ਵੀ ਵਿੱਚ ਰੱਖਤਾ, ਤਾਂ ਚੱਕੋ। ਸਾਲਸਰਾਏ ਆਖਣ ਲੱਗਿਆ ਫਕੀਰ ਸਾਈਂ, ਇਹ ਲਾਲ ਇੰਨਾ ਕੀਮਤੀ ਆ, ਮੇਰੇ ਕੋਲ ਇੰਨਾ ਪੈਸਾ ਨਹੀਂ ਕਿ ਮੈਂ ਇਹਦੀ ਕੀਮਤ ਦੇ ਸਕਾਂ। 101 ਰੁਪਇਆ ਤੇ ਇਹਦੀ ਦਰਸ਼ਨੀ ਭੇਟ ਆਈ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹਦੀ ਦਰਸ਼ਨੀ ਭੇਟ ਆਈ ਹੈ 101 ਰੁਪਇਆ, ਤਾਂ ਲੈ ਜਾਓ ਤੁਸੀਂ। ਭਾਈ ਮਰਦਾਨੇ ਨੂੰ ਚਾਅ ਚੜ ਗਏ। ਚਾਂਦੀ ਦਾ ਥਾਲ 101 ਰੁਪਇਆ, ਚਾਂਦੀ ਦਾ ਵਿੱਚੇ ਲਾਲ। ਸਤਿਗੁਰਾਂ ਪਾਸ ਪਹੁੰਚਿਆ, ਨਮਸਕਾਰ ਕੀਤੀ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਪੁੱਛਣ ਲੱਗੇ, ਹਾਂ ਭਾਈ ਮਰਦਾਨਿਆਂ ਕੁਛ ਮਿਲਿਆ? ਕਹਿੰਦਾ ਸਤਿਗੁਰੂ ਪਾਤਸ਼ਾਹ ਜੀ ਅੱਜ ਤਾਂ ਤੁਸੀਂ ਬਹੁਤ ਹੀ ਕਿਰਪਾ ਕੀਤੀ ਹੈ ਮੇਰੇ ਤੇ। ਸਾਹਿਬ ਕਹਿੰਦੇ ਮਰਦਾਨਿਆਂ ਸਾਡਾ ਸਾਥੀ ਆ, ਅਸੀਂ ਤਾਂ ਰੋਜ਼ ਹੀ ਕਿਰਪਾ ਰੱਖਦੇ ਹਾਂ ਤੇਰੇ ਤੇ। ਕਹਿੰਦਾ ਜੀ ਨਹੀਂ, ਅੱਜ ਬਹੁਤੀ ਕੀਤੀ ਹੈ। ਕਹਿੰਦੇ ਕਿਉਂ? ਕਹਿੰਦਾ ਜੀ ਅੱਗੇ ਜਦੋਂ ਭੁੱਖ ਲੱਗਦੀ ਸੀ ਪੈਸੇ ਥੋਤੋਂ ਮੰਗਣੇ ਪੈਂਦੇ ਸੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਹੁਣ ਜਿਹੜਾ ਲਾਲ ਦਿੱਤਾ ਨਾ, ਇਹਦੀ ਦਰਸ਼ਨੀ ਭੇਟ ਆਈ 101 ਰੁਪਇਆ। ਪੈਸੇ ਖਰਚਿਆ ਕਰਾਂ, ਅੱਜ ਦਿਨ ਮੁੱਕ ਜਾਇਆ ਕਰਨਗੇ, ਲਾਲ ਜਾ ਕੇ ਫੇਰ ਦਿਖਾ ਕੇ 101 ਫੇਰ ਲਿਆਇਆ ਕਰੋ। ਸਾਹਿਬ ਕਹਿੰਦੇ ਹਰੇਕ ਜੌਹਰੀ ਨਹੀਂ ਮਿਲਣਾ ਤੈਨੂੰ ਦੇਣ ਵਾਲਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਐਂ ਕਰ ਭਾਈ ਮਰਦਾਨਿਆ, ਇਹ ਲਾਲ ਨੂੰ, ਇਹ ਥਾਲ ਨੂੰ ਲੈ ਜਾ ਜੌਹਰੀ ਕੋਲ। ਸਾਲਸਰਾਏ ਨੂੰ ਆਖ ਕਿ ਜਾਂ ਲਾਲ ਰੱਖ ਲਵੇ, ਨਹੀਂ ਆਪਣੇ ਪੈਸੇ ਰੱਖ ਲਵੇ। ਕਿਉਂਕਿ ਸਾਹਿਬ ਦਾ ਬਚਨ ਹੈ ਨਾ, ਹੱਕ ਪਰਾਇਆ ਨਾਨਕਾ, ਹੱਕ ਪਰਾਇਆ ਨਾਨਕਾ। ਹੱਕ ਪਰਾਇਆ ਨਾਨਕਾ, ਹੱਕ ਪਰਾਇਆ ਨਾਨਕਾ। ਉਸ ਸੂਰ ਉਸ ਗਾਏ, ਹੱਕ ਪਰਾਇਆ ਨਾਨਕਾ, ਹੱਕ ਪਰਾਇਆ ਨਾਨਕਾ। ਉਸ ਸੂਰ ਉਸ ਗੁਰ ਪੀਰ ਹਾਮਾ ਤਾਂ ਭਰੇ, ਗੁਰ ਪੀਰ ਹਾਮਾ ਤਾਂ ਭਰੇ। ਜਾ ਮੁਰਦਾਰ ਨਾ ਖਾਏ, ਹੱਕ ਪਰਾਇਆ ਨਾਨਕਾ, ਹੱਕ ਪਰਾਇਆ ਨਾਨਕਾ।
ਹੱਕ ਪਰਾਇਆ ਨਾਨਕਾ, ਉਸ ਸੂਰ ਉਸ ਗਾਏ। ਸਾਹਿਬ ਕਹਿੰਦੇ ਭਾਈ ਪਰਾਇਆ ਹੱਕ ਖਾਣਾ ਮਾੜਾ, ਉਸ ਸੂਰ ਉਸ ਗਾਏ। ਕਹਿੰਦੇ ਜੇ ਤਾਂ ਮੁਸਲਮਾਨ ਪਰਾਇਆ ਹੱਕ ਖਾਂਦਾ ਤਾਂ ਜਿਹੋ ਜਿਹਾ ਉਹਨੇ ਸੂਰ ਖਾ ਲਿਆ, ਜਿਹੋ ਜਿਹਾ ਪਰਾਇਆ ਹੱਕ ਖਾ ਲਿਆ। ਆਖੋ ਸਤਿਨਾਮ। ਤੇ ਜੇ ਹਿੰਦੂ ਸਿੱਖ ਖਾਂਦੇ ਨੇ, ਜਿਹੋ ਜਿਹਾ ਉਹਨਾਂ ਨੇ ਪਰਾਇਆ ਹੱਕ ਖਾ ਲਿਆ, ਜਿਹੋ ਜੀ ਗਾਂ ਖਾ ਲਈ, ਇੱਕ ਬਰਾਬਰ। ਹੱਕ ਪਰਾਇਆ ਨਾਨਕਾ, ਉਸ ਸੂਰ ਉਸ ਗਾਏ। ਗੁਰਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਭਾਈ ਮਰਦਾਨੇ ਗੁਰੂ ਪੀਰ ਹਾਮੀ ਤਾਂ ਭਰੂਗਾ ਜੇ ਪਰਾਇਆ ਹੱਕ ਨਹੀਂ ਖਾਓਗੇ। ਆਖੋ ਸਤਿਨਾਮ। ਜਾ ਲੈ ਜਾ ਸਾਲਸਰਾਏ ਨੂੰ ਜਾ ਕੇ ਆਖ, ਜਾਂ ਲਾਲ ਰੱਖੇ ਨਹੀਂ ਆਪਣੇ ਪੈਸੇ ਰੱਖੇ। ਭਾਈ ਮਰਦਾਨਾ ਜੀ ਫੇਰ ਚੱਲ ਪਏ। ਜਦੋਂ ਸਾਲਸਰਾਏ ਜੌਹਰੀ ਦੀ ਦੁਕਾਨ ਤੇ ਪਹੁੰਚੇ, ਉਹਨੇ ਸੋਚਿਆ ਵੀ ਮਾਇਆ ਘੱਟ ਮਿਲੀ ਹੈ ਗੁਰੂ ਨੇ, ਜਾਂ ਫੇਰ ਭੇਜਤਾ ਉਹ ਵੀ ਵੱਧ ਮਾਇਆ ਲੈ ਕੇ ਆ। ਹਾਂ ਫਕੀਰ ਸਾਈਂ। ਭਾਈ ਮਰਦਾਨਾ ਜੀ ਕਹਿੰਦੇ ਮੇਰੇ ਗੁਰੂ ਦਾ ਹੁਕਮ ਹੈ, ਜਾਂ ਆਪਣੇ ਪੈਸੇ ਰੱਖੋ ਨਹੀਂ ਲਾਲ ਰੱਖੋ। ਹੁਣ ਸਾਲਸਰਾਏ ਨੇ ਦੇਖ ਲਿਆ ਕੋਈ ਪੂਰਾ ਆ ਗਿਆ ਹੈ। ਆਖੋ ਸਤਿਨਾਮ। ਨਹੀਂ ਕਿਹਨੇ ਮੁੜ ਕੇ ਮੇਰੇ ਕੋਲ ਲੈ ਕੇ ਆਉਣਾ ਸੀ। ਕਹਿੰਦਾ ਫਕੀਰ ਸਾਈਂ 2 ਮਿੰਟ ਰੁਕ ਜਾਓ ਤੇ ਮੈਨੂੰ ਵੀ ਆਪਣੇ ਗੁਰੂ ਦੇ ਦਰਸ਼ਨ ਕਰਾ ਦਿਓ। ਉਹਦਾ ਨੌਕਰ ਸੀ ਅਧਰੱਕਾ, ਉਹਨੂੰ ਫਰੂਟਾਂ ਦੀ ਟੋਕਰੀ ਭਰ ਕੇ ਉਹਦੇ ਸਿਰ ਤੇ ਚੁਕਾਈ। ਭਾਈ ਮਰਦਾਨਾ ਸਾਲਸਰਾਏ ਤਿੰਨੋਂ ਹੀ ਚੱਲ ਪਏ। ਸਤਿਗੁਰਾਂ ਦੇ ਪਾਸ ਪਹੁੰਚੇ, ਡੰਡੌਤ ਨਮਸਕਾਰ ਕੀਤੀ ਸਾਲਸਰਾਏ ਨੇ। ਸਤਿਗੁਰੂ ਮਹਾਰਾਜ ਜੀ ਕਿਰਪਾ ਕਰੋ, ਇਹ ਰੱਖ ਲਓ। ਸਾਹਿਬ ਕਹਿੰਦੇ ਨਹੀਂ ਸਾਲਸਰਾਏ, ਜਾਂ ਆਪਣਾ ਲਾਲ ਰੱਖ ਜਾਂ ਆਪਣੇ ਪੈਸੇ ਰੱਖ। ਕਹਿੰਦਾ ਜੀ ਲਾਲ ਕੀਮਤੀ ਬਹੁਤ ਆ, ਮੇਰੇ ਕੋਲ ਇੰਨੀ ਮਾਇਆ ਨਹੀਂ ਕਿ ਮੈਂ ਇਹਨੂੰ ਖਰੀਦ ਸਕਾਂ। ਇਹਦੀ ਤਾਂ ਦਰਸ਼ਨੀ ਭੇਟ ਆਈ 101 ਰੁਪਏ ਦਰਸ਼ਨ ਕਰਨ ਦਾ। ਸਤਿਗੁਰੂ ਪਾਤਸ਼ਾਹ ਆਖਣ ਲੱਗੇ ਸਾਲਸਰਾਏ ਇਹ ਤੈਨੂੰ ਕਿਵੇਂ ਪਤਾ ਵੀ ਇਹਦੀ ਦਰਸ਼ਨੀ ਭੇਟ ਆਈ 101 ਰੁਪਏ? ਕਹਿੰਦਾ ਜੀ ਮੈਂ ਇੱਕ ਜੌਹਰੀ ਨੂੰ ਗੁਰੂ ਧਾਰਨ ਕੀਤਾ ਸੀ, ਉਹਨੇ ਦੱਸਿਆ ਸੀ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਸਾਲਸਰਾਏ ਇੱਕ ਕੱਚੇ ਆਉਣ ਜਾਣ ਵਾਲੇ ਸਰੀਰ ਦਾ ਤਾਂ ਗਿਆਨ ਲੈਣ ਲਈ ਗੁਰੂ ਧਾਰਨ ਕਰਦਾ ਫਿਰਦਾ ਹੈ ਕੱਚ ਦਾ, ਪਰ ਜਿਹੜਾ ਸਰੀਰ ਮਿਲਿਆ ਇਹਦਾ ਗਿਆਨ ਧਾਰਨ ਕਰਨ ਲਈ ਕਿਸੇ ਨੂੰ ਗੁਰੂ ਨਹੀਂ ਧਾਰਿਆ, ਇਹਦਾ ਨਹੀਂ ਗਿਆਨ ਲੈਣਾ। ਸਾਲਸਰਾਏ ਕਹਿੰਦਾ ਸਤਿਗੁਰੂ ਪਾਤਸ਼ਾਹ ਹੀਰੇ ਜਵਾਹਰਾਤ ਲਾਲਾਂ ਦਾ ਗਿਆਨ ਲੈਣ ਲਈ ਮੈਂ ਜੌਹਰੀ ਨੂੰ ਗੁਰੂ ਧਾਰਨ ਕੀਤਾ, ਮੈਂ ਆਪਣੇ ਆਪ ਦਾ ਗਿਆਨ ਲੈਣ ਲਈ ਤੁਹਾਨੂੰ ਗੁਰੂ ਧਾਰਨ ਕਰਦਾ, ਕਿਰਪਾ ਕਰ ਦਿਓ ਮੈਨੂੰ ਗਿਆਨ ਕਰਵਾ ਦਿਓ। ਸਤਿਗੁਰੂ ਪਾਤਸ਼ਾਹ ਕਹਿੰਦੇ ਸਾਲਸਰਾਏ ਜੇ ਕਿਸੇ ਨੂੰ ਗੁਰੂ ਧਾਰੀ ਦਾ ਉਹਦਾ ਸਿੱਖ ਬਣੀਦਾ ਹੈ ਤੇ ਤਾਂ ਉਹਦਾ ਬਚਨ ਮੰਨਣਾ ਪੈਂਦਾ। ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਲ ਪਾਇਸ਼। ਹੁਕਮ ਮੰਨਣ ਨਾਲ ਇਹ ਗੱਲ ਬਣਨੀ। ਕਹਿੰਦਾ ਜੀ ਮੰਨਾਂਗਾ, ਕਰੋ ਬਚਨ। ਹਜੂਰ ਕਹਿੰਦੇ ਆ ਜਿਹਦੇ ਸਿਰ ਦੇ ਉੱਪਰ ਟੋਕਰੀ ਚੁਕਾ ਕੇ ਲਿਆਇਆ ਇਹ ਕੌਣ ਹੈ? ਕਹਿੰਦਾ ਜੀ ਮੇਰਾ ਨੌਕਰ ਆਇਆ ਦਰਕਾ। ਸਾਹਿਬ ਕਹਿੰਦੇ ਗਿਆਨ ਲੈਣਾ ਹੈ ਫਿਰ ਆਪਣੇ ਸਰੀਰ ਦਾ? ਕਹਿੰਦਾ ਹਾਂਜੀ। ਕਹਿੰਦੇ ਫਿਰ ਬਚਨ ਮੰਨ। ਕਹਿੰਦਾ ਜੀ ਮੰਨੂ, ਕਰੋ ਬਚਨ। ਕਹਿੰਦੇ ਆਪਣੇ ਨੌਕਰ ਦੇ ਪੈਰਾਂ ਤੇ ਸਿਰ ਰੱਖ ਕੇ ਮੱਥਾ ਟੇਕਦੇ। ਆਖੋ ਸਤਿਨਾਮ। ਹੁਣ ਨੌਕਰ ਦੇ ਪੈਰਾਂ ਤੇ ਸਿਰ ਕਿਵੇਂ ਰੱਖੇ? ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ। ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਵ ਮੰਡਲ ਮੰਡਾ ਹੈ। ਕਰ ਸਾਧੂ ਅੰਜਲੀ ਪੁੰਨ ਵੱਡਾ ਹੈ। ਕਰ ਡੰਡੌਤ ਪੁੰਨ ਵੱਡਾ ਹੈ। ਰਾਓ
ਸਾਖਤ ਹਰ ਰਸ ਸਾਧ ਨਾ ਜਾਣਿਆ, ਤਿਨ ਅੰਤਰ ਹਉਮੈ ਕੰਡਾ। ਬਸ ਇੱਕ ਇਹ ਹਉਮੈ ਦਾ ਹੀ ਕੰਡਾ ਜਿਹੜਾ ਸਾਨੂੰ ਨੀਵਾਂ ਨਹੀਂ ਹੋਣ ਦਿੰਦਾ। ਆਖੋ ਸਤਿਨਾਮ। ਸ੍ਰੀ ਵਾਹਿਗੁਰੂ। ਇਹੀ ਨਹੀਂ ਝੁਕਣ ਦਿੰਦਾ। ਕਹਿੰਦਾ ਜੀ ਇਹ ਤਾਂ ਮੇਰਾ ਨੌਕਰ, ਮੇਰੇ ਸਿਰ ਤੋਂ ਟੱਬਰ ਪਾਲਦਾ, ਰੋਟੀ ਖਾਂਦਾ। ਕਹਿੰਦੇ ਫਿਰ ਅਸੀਂ ਕਿਰਪਾ ਨਹੀਂ ਕਰਨੀ, ਅਸੀਂ ਗਿਆਨ ਨਹੀਂ ਕਰਵਾਉਣਾ, ਬਚਨ ਮਨ ਨਹੀਂ ਸੀ ਮੰਨਦਾ, ਪਰ ਸਤਿਗੁਰਾਂ ਦਾ ਬਚਨ ਮੰਨ ਕੇ ਆਪਣੇ ਨੌਕਰ ਅਧਰੱਕੇ ਦੇ ਪੈਰਾਂ ਦੇ ਉੱਪਰ ਆਪਣਾ ਸਿਰ ਰੱਖ ਦਿੱਤਾ। ਤੇ ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਮਿਹਰ ਦੀ ਨਿਗਾਹ ਕੀਤੀ, ਤਿੰਨਾਂ ਲੋਕਾਂ ਦਾ ਗਿਆਨ ਹੋ ਗਿਆ ਸਾਲਸਰਾਏ ਨੂੰ। ਗੱਲ ਬਚਨ ਮੰਨਣ ਦੀ। ਸਤਿਗੁਰਾਂ ਦੇ ਚਰਨਾਂ ਤੇ ਡਿੱਗ ਪਿਆ। ਸਤਿਗੁਰੂ ਮਹਾਰਾਜ ਆਪ ਜੀ ਤਾਂ ਬਹੁਤ ਕਿਰਪਾ ਕਰਤੀ, ਮੇਰੀ ਇੱਕ ਮਿੰਤ ਹੋਰ ਹੈ, ਬੇਨਤੀ ਹੈ, ਉਹ ਮੰਨ ਲਵੋ। ਸਾਹਿਬ ਕਹਿੰਦੇ ਦੱਸ। ਕਹਿੰਦਾ ਜੀ ਮੇਰੇ ਘਰ ਚਰਨ ਪਾ ਦਿਓ। ਆਖੋ ਸਤਿਨਾਮ। ਸ੍ਰੀ ਵਾਹਿਗੁਰੂ। ਮੇਰੇ ਘਰ ਚਰਨ ਪਾ ਦਿਓ। ਸਾਹਿਬ ਕਹਿੰਦੇ ਚੱਲ। ਸਾਲਸਰਾਏ ਜਦੋਂ ਤੁਰਨ ਲੱਗਿਆ, ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਸਾਲਸਰਾਏ ਅਸੀਂ ਗੁਰੂ ਨਾਨਕ ਦੀ ਇੱਥੇ ਗੱਦੀ ਬਣਾਉਣੀ ਸੀ ਤੇ ਉਸ ਗੱਦੀ ਤੇ ਬਿਠਾਉਣਾ ਸੀ ਅਧਰੱਕੇ ਨੂੰ। ਇਹਦੀ ਪਿਛਲੇ ਜਨਮ ਦੀ ਬਹੁਤ ਬੰਦਗੀ ਹੈ, ਪਰ ਤੂੰ ਸਾਡਾ ਬਚਨ ਮੰਨਿਆ ਤੇ ਇਹਦੇ ਪੈਰਾਂ ਤੇ ਸਿਰ ਰੱਖ ਦਿੱਤਾ। ਹੁਣ ਇੱਥੇ ਦੀ ਗੱਦੀ ਪਹਿਲਾਂ ਤੈਨੂੰ ਦਿਆਂਗੇ, ਤੇਰੇ ਤੋਂ ਬਾਅਦ ਫਿਰ ਅਧਰੱਕੇ ਨੂੰ ਦਿਆਂਗੇ। ਆਖੋ ਸਤਿਨਾਮ। ਸ੍ਰੀ ਵਾਹਿਗੁਰੂ। ਬਚਨ ਮੰਨਣ ਦੇ ਵਿੱਚ ਹੀ ਇੰਨੀ ਕਮਾਈ ਹੈ, ਕਿਤੇ ਮਨ ਹੋ ਜਾਵੇ, ਪਰ ਔਖੀ ਗੱਲ ਨਹੀਂ ਮਨ ਹੁੰਦਾ। ਘਰ ਚਰਨ ਪਾ ਦਿਓ। ਸਾਹਿਬ ਕਹਿੰਦੇ ਚੱਲ। ਆਪਣੀ ਹਵੇਲੀ 'ਚ ਲੈ ਗਿਆ। ਸਾਲਸਰਾਏ ਅਮੀਰ ਬੰਦਾ ਸੀ। ਬਹੁਤ ਦੇਰ ਸਤਿਗੁਰਾਂ ਦੀ ਸੇਵਾ ਕੀਤੀ। ਸਤਿਗੁਰੂ ਮਹਾਰਾਜ ਰਹੇ ਉੱਥੇ, ਪ੍ਰਵਚਨ ਸਰਵਣ ਕਰਨੇ, ਸੇਵਾ ਕਰੀ ਜਾਣੀ। ਇੱਕ ਦਿਨ ਗੁਰੂ ਨਾਨਕ ਪਾਤਸ਼ਾਹ ਆਖਣ ਲੱਗੇ, ਸਾਲਸਰਾਏ ਹੁਣ ਭਾਈ ਅਸੀਂ ਚੱਲੇ ਹਾਂ। ਗਲ ਦੇ ਵਿੱਚ ਪੱਲਾ ਪਾਇਆ। ਸਾਲਸਰਾਏ ਨੇ ਅੱਖਾਂ ਦੇ ਵਿੱਚੋਂ ਹੰਝੂਆਂ ਦੀਆਂ ਧਾਰਾਂ ਵਗ ਤੁਰੀ। ਬੇਨਤੀ ਕੀਤੀ ਹੱਥ ਜੋੜ ਕੇ, ਸਤਿਗੁਰੂ ਪਾਤਸ਼ਾਹ ਅਜੇ ਮਨ ਰੱਜਿਆ ਨੀ ਮੇਰਾ, ਥੋੜੀ ਦੇਰ ਹੋਰ ਠਹਿਰ ਜਾ। ਮਨ ਰੱਜਿਆ ਨੀ ਮੇਰਾ, ਥੋੜੀ ਦੇਰ ਹੋਰ ਠਹਿਰ ਜਾ।
ਗਲ 'ਚ ਪੱਲਾ ਪਾਇਆ, ਹੱਥ ਜੋੜੇ, ਨੇਤਰਾਂ 'ਚ ਹੰਝੂਆਂ ਦੀਆਂ ਧਾਰਾਂ ਵਗਤਰੀ। ਸਤਿਗੁਰੂ ਮਹਾਰਾਜ ਬੇਨਤੀ ਹੈ, ਸਾਹਿਬ ਕਹਿੰਦੇ ਦੱਸ। ਕਹਿੰਦੇ ਜੇ ਆਪ ਜੀ ਦੇ ਦਰਸ਼ਨ ਕਰ ਕਰਕੇ, ਸੇਵਾ ਕਰਕੇ ਮਨ ਰੱਜਿਆ ਨਹੀਂ, ਥੋੜੀ ਦੇਰ ਹੋਰ ਰੁਕ ਜਾਓ, ਆਖੋ ਸਤਿਨਾਮ। ਸ਼੍ਰੀ ਵਾਹਿਗੁਰੂ। ਗੁਰਮੁਖ ਪਿਆਰਿਓ, ਇਹ ਪ੍ਰੇਮ ਹੈ, ਗੁੱਸਾ ਨਾ ਕਰਿਓ ਕੋਈ। ਆਪਾਂ ਸਾਲਾਂ ਬੱਧੀ ਕਿਤੇ ਜਾ ਕੇ, ਕਈ ਤਾਂ ਸਾਰੀ ਜ਼ਿੰਦਗੀ 'ਚ ਇੱਕੋ ਵਾਰੀ ਹੋਈ। ਘਰ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੂੰ ਲੈ ਕੇ ਜਾਂਦੇ, ਕਿਸੇ ਨੇ ਸੁਖਮਨੀ ਸਾਹਿਬ ਦਾ ਪਾਠ ਕਰਾਉਣਾ, ਸਹਿਜ ਪਾਠ, ਅਖੰਡ ਪਾਠ ਸਾਹਿਬ। ਕਿੰਨਾ ਕੁ ਪ੍ਰੇਮ ਹੈ ਸਾਡਾ। ਬਸ ਭੋਗ ਪੈਣ ਦੀ ਦੇਰ ਹੈ, ਕਹਿੰਦੇ ਬਾਬਾ ਜੀ ਲੈ ਜਾਓ ਇਹਨੂੰ, ਆਖੋ ਸਤਿਨਾਮ। ਸ਼੍ਰੀ ਵਾਹਿਗੁਰੂ। ਅਸੀਂ ਰਿਸ਼ਤੇਦਾਰਾਂ ਨੂੰ ਸਾਂਭਣਾ। ਇਹ ਗੁਰਮੁਖ ਪਿਆਰਿਓ, ਇਹ ਪ੍ਰੇਮ ਨਹੀਂ ਹੈ, ਦਿਖਾਵਾ ਹੈ ਕਿ ਗਵਾਂਢੀਆਂ ਨੇ ਪਾਠ ਕਰਾਇਆ ਸੀ, ਮੈਂ ਵੀ ਕਰਾ ਲਵਾਂ। ਨਹੀਂ, ਰੱਬ ਨੂੰ ਮਸਾਂ ਰੱਬ ਘਰ ਆਏ ਤੇ ਫਿਰ ਕਹਿ ਦਿਓ। ਕਈ ਕਹਿੰਦੇ ਜੀ ਬਾਬਾ ਜੀ ਕਹਿੰਦੇ ਨੇ ਵੀ ਹੁਣ ਪਹਿਲਾਂ ਮਹਾਰਾਜ ਸਰੂਪ ਜਾਣਗੇ, ਬਾਅਦ ਚ ਲੰਗਰ ਪਾਣੀ ਛਕੋ। ਉਹਨਾਂ ਦੀ ਮਜਬੂਰੀ ਹੈ, ਕਿਉਂਕਿ ਤੁਸੀਂ ਸਤਿਕਾਰ ਨਹੀਂ ਰੱਖਣਾ, ਬੇਅਦਬੀ ਕਰਨੀ ਆ। ਮਾਂ ਬਾਬਾ ਜੀ ਨੂੰ ਵੀ ਤਾਂ ਕਹਿਣਾ ਪੈਂਦਾ ਪਰ ਪਹਿਲਾਂ ਮਹਾਰਾਜ ਚਲੇ ਜਾਣ। ਸਤਿਕਾਰ ਨਹੀਂ, ਦੇਖਾ ਦੇਖੀ ਸਵਾਂਗ ਧਰ, ਭੂਲੇ ਭਟਕਾਂ ਖਾਹੇ। ਸਾਹਿਬ ਕਹਿੰਦੇ ਬਸ ਸਵਾਂਗ ਧਾਰਿਆ ਵੀ ਗਵਾਂਢੀ ਨੇ ਪਾਠ ਕਰਾਇਆ, ਮੈਂ ਵੀ ਕਰਵਾ ਲਵਾਂ, ਤੇ ਫਿਰ ਕਿੰਨਾ ਕੁ ਸਤਿਕਾਰ ਹੈ। ਮਹਾਰਾਜ ਦੇ ਵਜ਼ੀਰ ਸਾਹਿਬ ਪਾਠ ਕਰਦੇ ਨੇ, ਸੁਣਨ ਵਾਲਾ ਉੱਥੇ ਕੋਈ ਵੀ ਨਹੀਂ ਹੁੰਦਾ। ਇਹ ਸਤਿਕਾਰ ਹੈ। ਜੇ ਤੁਸੀਂ ਰਿਸ਼ਤੇਦਾਰੀ 'ਚ ਕਿਤੇ ਜਾਓ, ਤੁਹਾਨੂੰ ਕੋਈ ਨਾਮ ਬੁਲਾਵੇ, ਤੁਹਾਡੇ ਦਿਲ ਤੇ ਕੀ ਬੀਤੇਗੀ? ਕਹਾਂਗੇ ਮੁੜ ਕੇ ਅਸੀਂ ਆਉਂਦੇ ਨਹੀਂ ਤੇਰੇ। ਜੇ ਘਰ 'ਚ ਆਏ ਮਹਾਰਾਜ ਦਾ ਸਤਿਕਾਰ ਨਹੀਂ ਕੀਤਾ, ਫਿਰ ਕਿਰਪਾ ਮਹਾਰਾਜ ਤੋਂ ਵੀ ਨਹੀਂ ਮਿਲਣੀ, ਆਖੋ ਸਤਿਨਾਮ। ਸ਼੍ਰੀ ਵਾਹਿਗੁਰੂ। ਸਤਿਕਾਰ ਕਦੇ ਐਵੇਂ ਨਹੀਂ ਮਿਲਿਆ ਕਰਦਾ ਗੁਰਮੁਖ ਪਿਆਰਿਓ, ਸਤਿਕਾਰ ਹਮੇਸ਼ਾ ਹੀ ਦਿੱਤਾ ਹੋਇਆ ਮੁੜਿਆ ਕਰਦਾ। ਜੇ ਤੁਸੀਂ ਚਾਹੁੰਦੇ ਹੋ ਨਾ ਕਿ ਤੁਹਾਡੇ ਬਾਪੂ ਦਾ ਕੋਈ ਸਤਿਕਾਰ ਕਰੇ, ਤੇ ਪਹਿਲਾਂ ਤੁਹਾਨੂੰ ਉਹਦੇ ਪਿਓ ਦਾ ਸਤਿਕਾਰ ਕਰਨਾ ਪੈਣਾ। ਜੇ ਤੁਸੀਂ ਉਹਦੇ ਪਿਓ ਦੀ ਬੇਇੱਜ਼ਤੀ ਕਰਦੇ ਹੋ, ਭੁਲੇਖਾ ਨਾ ਰੱਖਿਓ ਕਿ ਉਹ ਤੁਹਾਡੇ ਪਿਓ ਦਾ ਸਤਿਕਾਰ ਕਰੇ, ਬੇਇੱਜ਼ਤੀ ਉਹ ਵੀ ਕਰੂਗਾ। ਸਤਿਕਾਰ ਲੈਣਾ ਤੇ ਪਹਿਲਾਂ ਦੇਣਾ ਪਵੇਗਾ, ਉਸੇ ਨੇ ਵਾਪਸ ਮੁੜ ਕੇ ਆਉਣਾ। ਬੇਨਤੀ ਕੀਤੀ ਰੋਂਦਾ ਹੈ। ਸਤਿਗੁਰੂ ਮਹਾਰਾਜ ਜੇ ਸੇਵਾ ਕਰਕੇ, ਦਰਸ਼ਨ ਕਰਕੇ, ਪ੍ਰਵਚਨ ਸਰਵਣ ਕਰਕੇ ਮਨ ਨਹੀਂ ਰਜਿਆ, ਕਿਰਪਾ ਕਰ ਦਿਓ ਥੋੜੀ ਦੇਰ ਹੋਰ ਰੁਕ ਜਾਓ। ਸਤਿਗੁਰੂ ਪਾਤਸ਼ਾਹ ਜੀ ਨੇ ਪ੍ਰੇਮ ਦੇਖਿਆ ਹੈ, ਕਹਿੰਦੇ ਠੀਕ ਆ ਭਾਈ ਸਾਲਸਰਾ, ਤੇਰਾ ਪ੍ਰੇਮ ਦੇਖਦੇ ਆ, ਅਸੀਂ ਹੋਰ ਰੁਕ ਜਾਂਦੇ ਹਾਂ। ਗੱਲ ਪ੍ਰੇਮ ਦੀ ਆਵਾਜ਼ਾਂ ਵਾਲੇ ਪਾਤਸ਼ਾਹ ਦੀ ਬਚਨ ਕਰਦੇ ਨੇ। ਰੱਬ ਪ੍ਰੇਮ ਦੀ ਡੋਰੀ ਦੇ ਵਿੱਚ ਵੱਜਦਾ, ਬੰਨ ਲੋ ਪ੍ਰੇਮ ਕਰਕੇ। ਪ੍ਰੇਮ ਦੀ ਡੋਰੀ ਦੇ ਵਿੱਚ ਵੱਜਦਾ, ਬੰਨ ਲੋ ਪ੍ਰੇਮ ਕਰਕੇ।
बास कियो बख्यान सो बैठ के, ऐसे ही ऐसे मैं सुन लायो। साच कहो सुन लेहो सबे दिन, प्रेम कियो तिन ही प्रभ। सतगुरु गुरु गोबिंद सिंह महाराज जी बचन करदਿਆਂ ਭੇਖ ਦਿਖਾਵੇ ਨਾਲ ਨਹੀਂ ਮਿਲਣਾ। ਕਹਾਂ ਪਇਓ ਜੋ ਦੋ ਦੋਚਨ ਮੂੰਦ ਕੇ, ਬੈਠ ਰਿਓ ਬਕ ਧਿਆਨ ਲਗਾਏ। ਨਹਾਤ ਫਿਰਿਓ ਲਿਏ ਸਾਤ ਸਮੁੰਦਰ, ਲੋਕ ਗਇਓ ਪਰ ਲੋਕ ਗਵਾਇਓ। बास कियो बख्यान सो बैठ के, ऐसे ही ऐसे सो बैस बितायो। साच कहो सुन लिहो सब, जिन प्रेम कियो तिन ही प्रभ पायो। तो प्रेम दियां खेडां। सतगुरु महाराज जी कहते साल सराय भाई तेरा प्रेम देखा सी, थोड़ी देर होर रुक जाने, चाह चढ़ गया। थोड़े दिन सतगुरु महाराज जी रुके। ਹੁਣ ਅੱਜ ਸਾਲ ਸਰਾਏ ਨੂੰ ਆਖਣ ਲੱਗੇ, ਸਾਲ ਸਰਾਏ ਅੱਗੇ ਤੇਰੇ ਬਚਨ ਕਰੇ ਕਰਕੇ ਅਸੀਂ ਰੁਕ ਗਏ ਸੀ, ਹੁਣ ਨਾ ਰੋਕੀ, ਹੁਣ ਅਸੀਂ ਰੁਕਣਾ ਨਹੀਂ। ਫੇਰ ਗਲ 'ਚ ਪੱਲਾ ਪਾ ਲਿਆ, ਹੱਥ ਜੋੜੇ, ਸਤਿਗੁਰੂ ਮਹਾਰਾਜ ਮੈਂ ਹੀ ਨਹੀਂ ਰੋਕਦਾ। ਪਰ ਕਹਿੰਦਾ ਇੱਕ ਮੈਨੂੰ ਗੱਲ ਦੱਸ ਕੇ ਜਾਓ। ਸਾਹਿਬ ਕਹਿੰਦੇ ਦੱਸ। ਕਹਿੰਦਾ ਜੀ ਇਹ ਦੱਸੋ ਤੁਸੀਂ ਫੇਰ ਕਦੋਂ ਆਓਗੇ? ਆਖੋ ਸਤਿਨਾਮ। ਫੇਰ ਮੇਰੀ ਹਵੇਲੀ ਨੂੰ ਕਦ ਭਾਗ ਲਾਓਗੇ? ਸਤਿਗੁਰੂ ਮਹਾਰਾਜ ਜੀ ਕਹਿੰਦੇ ਭਾਈ ਸਾਲ ਸਰਾਏ ਹੁਣ ਅਸੀਂ ਨਹੀਂ ਆਉਣਾ। ਕਹਿੰਦਾ ਜੇ ਆਉਣਾ ਨਹੀਂ ਫਿਰ ਮੈਂ ਜਾਣ ਹੀ ਨਹੀਂ ਦੇਣਾ। ਆਖੋ ਸਤਿਨਾਮ। ਕਿਹੜਾ ਮੂਰਖ ਹੋਗਾ ਜਿਹੜਾ ਰੱਬ ਨੂੰ ਕਹਿੰਦੇ ਵੀ ਘਰੋਂ ਚਲੇ ਜਾ? ਜਾਂ ਤਾਂ ਬਚਨ ਕਰੋ ਵੀ ਮੁੜ ਕੇ ਆਵੋਗੇ, ਜੇ ਨਹੀਂ ਆਉਣਾ ਤੇ ਮੈਂ ਜਾਣ ਹੀ ਨਹੀਂ ਦੇਣਾ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਫਿਰ ਬਚਨ ਕੀਤਾ ਸੀ, ਕਹਿੰਦੇ ਸਾਲ ਸਰਾਏ ਅਸੀਂ ਤਾਂ ਨਹੀਂ ਆਉਣਾ, 10ਵੇਂ ਜਾਮੇ 'ਚ ਤੇਰੇ ਘਰ ਨੂੰ ਭਾਗ ਲਾਵਾਂਗੇ। ਆਖੋ ਸਤਿਨਾਮ। ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਿਹਾਰ ਦੀ ਧਰਤੀ ਤੇ ਪ੍ਰਗਟ ਹੋਣਾ ਕੀਤਾ ਹੈ। ਜਿਸ ਜਗ੍ਹਾ ਤਖਤ ਸ੍ਰੀ ਪਟਨਾ ਸਾਹਿਬ ਹੈ ਨਾ, ਉਹ ਸਾਲ ਸਰਾਏ ਦੀ ਹਵੇਲੀ ਸੀ। ਆਖੋ ਸਤਿਨਾਮ। ਫਿਰ ਉੱਥੇ ਜਾ ਕੇ ਭਾਗ ਲਾਏ। ਉਧਰ ਆਓ ਸਮਾਂ ਵੀ ਹੋਣ ਲੱਗਿਆ 10 ਸੁਭਾ। ਇਸ ਸਮੇਂ 'ਚ ਰਹਿ ਕੇ ਵਿਚਾਰ ਕਰੀਏ। ਤੁਹਾਨੂੰ ਪਤਾ 20 ਸਾਲ ਤੋਂ ਤੁਹਾਡੇ ਵਿੱਚ ਹੀ ਵਿਚਰਦੇ ਹਾਂ। ਪੀਰ ਭੀਖਮ ਸ਼ਾਹ ਨੇ ਪਛਾਣਿਆ ਸੀ। ਇਸਲਾਮ ਧਰਮ ਵਾਲੇ ਇਹ ਮੰਨਦੇ ਨੇ ਕਿ ਜਿਹੜਾ ਖੁਦਾ ਹੈ ਉਹਦਾ ਘਰ ਛਿਪਦੀ ਵੱਲ ਹੈ, ਤੇ ਹਿੰਦੂ ਧਰਮ ਵਾਲੇ ਕਹਿੰਦੇ ਰੱਬ ਦਾ ਘਰ ਦੱਖਣ ਵੱਲ ਹੈ। ਆਖੋ ਸਤਿਨਾਮ। ਇੱਕ ਗੁਰੂ ਨਾਨਕ ਪਾਤਸ਼ਾਹ ਦਾ ਘਰ ਕਹਿੰਦਾ ਉਹ ਕੋਈ ਜਗ੍ਹਾ ਹੈ ਹੀ ਨਹੀਂ ਜਿੱਥੇ ਉਹ ਨਾ ਹੋਵੇ। ਆਖੋ ਸਤਿਨਾਮ। ਉਹਨਾਂ ਨੇ ਬੰਨ ਕੇ ਬਿਠਾਇਆ ਕਿ ਇੱਧਰ ਹੀ ਹੈ, ਪਰ ਸਾਹਿਬ ਕਹਿੰਦੇ ਹਰ ਇੱਕ ਜਗ੍ਹਾ ਤੇ ਹੀ ਹੈ। ਬਾਣੀ ਦਾ ਫੈਸਲਾ। ਪੀਰ ਭੀਖਮ ਸ਼ਾਹ ਹੁਣ ਮਰੀਦਾਂ ਨੂੰ ਰੋਜ਼ ਉਪਦੇਸ਼ ਦਿੰਦਾ ਹੈ। ਜਦੋਂ ਨਵਾਜ਼ ਪੜ੍ਹਨ ਦਾ ਸਮਾਂ ਆਉਂਦਾ ਕਹਿੰਦਾ ਭਾਈ ਪੱਛਮ ਵੱਲ ਨੂੰ ਮੂੰਹ ਕਰਕੇ ਨਵਾਜ਼ ਪੜ੍ਹਨੀ ਆ, ਖੁਦਾ ਦਾ ਘਰ ਉੱਧਰ ਹੈ। ਉਹ ਪੜ੍ਹਦੇ ਦੱਖਣ ਦੇਸ਼ ਹਰੀ ਕਾ ਬਾਸਾ, ਪੱਛਮ ਅਲਹ ਮੁਕਾਮ। ਕਹਿੰਦੇ ਹਿੰਦੂ ਵੀਰ ਕਹਿੰਦੇ ਜਿਹੜਾ ਰੱਬ ਹੈ ਹਰੀ ਦਾ ਘਰ ਹੈ ਉਹ ਦੱਖਣ 'ਚ ਹੈ, ਤੇ ਇਸਲਾਮ ਧਰਮ ਵਾਲੇ ਕਹਿੰਦੇ ਪੱਛਮ ਦੇ ਵਿੱਚ। ਪੀਰ ਭੀਖਮ ਸ਼ਾਹ ਵੀ ਉਧਰ ਪੱਛਮ ਵੱਲ ਨੂੰ ਸਾਰੇ ਮੁਰੀਦਾਂ ਨੂੰ ਕਹਿੰਦਾ ਵੀ ਨਵਾਜ਼ ਉਧਰ ਮੂੰਹ ਕਰਕੇ ਪੜਿਆ ਕਰੋ, ਤੇ ਆਪ ਵੀ ਪੜਦਾ ਉਧਰ ਮੂੰਹ ਕਰਕੇ। ਅੱਜ ਕੀ ਹੋਇਆ? ਜਦੋਂ ਨਵਾਜ਼ ਦਾ ਸਮਾਂ ਹੋਇਆ, ਮੁਰੀਦ ਨਵਾਜ਼ ਪੜਨ ਲੱਗ ਗਏ ਪੱਛਮ ਵੱਲ ਨੂੰ, ਤੇ ਪੀਰ ਭੀਖਮ ਸ਼ਾਹ ਜੀ ਚੜ੍ਹਦੇ ਵੱਲ ਨੂੰ ਨਵਾਜ਼ ਕਰਨ ਲੱਗ ਗਏ। ਮੁਰੀਦ ਦੇਖਦੇ ਨੇ ਗੁੱਸਾ ਚੜਦਾ, ਕਹਿੰਦੇ 17 72 ਹੋ ਗਿਆ, ਇਹਦੀ ਮੱਤ ਮਾਰੀ ਗਈ। ਕਿਉਂਕਿ ਬਾਣੀ ਦਾ ਫੈਸਲਾ 17 ਕਾ ਮਤਹੀਣ 80 ਕਾ ਵਿਵਹਾਰ ਨਾ ਪਾਵੇ। ਕਹਿੰਦੇ ਸਾਨੂੰ ਰੋਜ਼ ਕਹਿੰਦਾ ਖੁਦਾ ਦਾ ਘਰ ਪੱਛਮ ਹੈ, ਇੱਧਰ ਨੂੰ ਨਵਾਜ਼ ਪੜੋ, ਕਹਿੰਦੇ ਆਪ ਅੱਜ ਚੜ੍ਹਦੀ ਵੱਲ ਨੂੰ ਪੜ੍ਹੀ ਜਾਂਦੇ। ਨਵਾਜ਼ ਦੀ ਸਮਾਪਤੀ ਹੋਈ,
ਮੁਰੀਦ ਪੀਰ ਭੀਖਮ ਸ਼ਾਹ ਨੂੰ ਕਹਿੰਦੇ ਤੁਸੀਂ ਕੀ ਕੀਤਾ? ਸਾਨੂੰ ਇੱਧਰ ਨੂੰ ਮੂੰਹ ਕਰਕੇ ਨਵਾਜ਼ ਪੜਾਉਂਦੇ, ਆਪ ਚੜ੍ਹਦੀ ਵੱਲ ਨੂੰ। ਪੀਰ ਭੀਖਮ ਸ਼ਾਹ ਕਹਿੰਦੇ ਮੁਰੀਦਾਂ ਨੂੰ, ਕਹਿੰਦੇ ਮੈਂ ਅੱਜ ਤੱਕ ਖੁਦਾ ਦੇਖਿਆ ਨਹੀਂ ਸੀ, ਮੈਂ ਨਹੀਂ ਸੀ ਦਰਸ਼ਨ ਕੀਤੇ, ਮੈਨੂੰ ਨਹੀਂ ਪਤਾ ਉਹ ਕਿੱਧਰ ਹੈ। ਬਸ ਇਹ ਤਾਂ ਰੀਤ ਚੱਲੀ ਆਉਂਦੀ ਆ। ਕਹਿੰਦੇ ਨੇ ਸੁਣਿਆ ਹੈ ਕਿ ਖੁਦਾ ਦਾ ਘਰ ਪੱਛਮ ਵੱਲ ਹੈ, ਪਰ ਅੱਜ ਮੈਂ ਖੁਦਾ ਨੂੰ ਆਪਣੀ ਅੱਖਾਂ ਨਾਲ ਚੜ੍ਹਦੀ ਵੱਲ ਨੂੰ ਜਾਂਦਾ ਦੇਖਿਆ। ਆਖੋ ਸਤਿਨਾਮ। ਇਹ ਉਸ ਦਿਨ ਦਾ ਬਚਨ ਹੈ ਜਿਸ ਦਿਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਟਨਾ ਸਾਹਿਬ ਦੀ ਧਰਤੀ ਤੇ ਪ੍ਰਗਟ ਹੋਏ। ਜੋਤ ਉਦੋਂ ਜਾ ਰਹੀ ਹੈ, ਸ਼ਰੀਰ ਰੂਪੀ ਮਕਾਨ ਬਣ ਕੇ ਤਿਆਰ ਹੋ ਚੁੱਕਿਆ ਸੀ। ਉਹ ਕਹਿੰਦੇ ਫਿਰ ਸਾਨੂੰ ਵੀ ਦਰਸ਼ਨ ਕਰਾਓ। ਕਹਿੰਦੇ ਚਲੋ। ਠਸਕੇ ਨਗਰ ਤੋਂ ਚੱਲੇ। ਉਦੋਂ ਕੋਈ ਸਾਧਨ ਤਾਂ ਹੁੰਦਾ ਨਹੀਂ ਸੀ, ਪੈਦਲ ਚੱਲਦੇ ਸੀ। ਚਲਦਿਆਂ ਚਲਦਿਆਂ ਨੂੰ 5-6 ਮਹੀਨੇ ਲੱਗ ਗਏ, ਪਹੁੰਚੇ ਉੱਥੇ। ਉਧਰ ਧੰਨ ਧੰਨ ਮਾਤਾ ਗੁਜਰੀ ਜੀ, ਮਾਤਾ ਨਾਨਕੀ ਜੀ, ਮਾਮਾ ਕਿਰਪਾਲ ਚੰਦ ਖੁਸ਼ੀਆਂ ਮਨਾਉਂਦੇ ਨੇ। ਜਿਹੜਾ ਵੀ ਦਰ ਤੇ ਵਧਾਈਆਂ ਦੇਣ ਆਉਂਦਾ ਉਹਨਾਂ ਨੂੰ ਬਹੁਤ ਖੁੱਲੇ ਗੱਫੇ, ਧਨ ਦੌਲਤ, ਬਸਤਰ, ਕੱਪੜਾ, ਰਸਦਾ ਬਸਤਾਂ ਸਭ ਦਿੰਦੇ ਨੇ। ਪੀਰ ਭੀਖਮ ਸ਼ਾਹ ਵੀ ਪਿੰਡਾ ਤੈਅ ਕਰਦਾ ਹੋਇਆ ਪਹੁੰਚ ਗਏ। ਮਾਮਾ ਕਿਰਪਾਲ ਚੰਦ ਨੇ ਦੇਖਿਆ ਕੋਈ ਫਕੀਰ, ਲੋਕਾਂ ਨੂੰ ਕੋਈ ਫਕੀਰ ਹੋਰ ਵੀ ਬਹੁਤ ਆਉਂਦੇ ਸੀ। ਅੰਦਰ ਗਏ, ਬਸਤਰ ਲਿਆਂਦੇ, ਰਸਦਾਂ ਬਸਦਾਂ ਲਿਆਂਦੀਆਂ, ਮਾਇਆ ਲਿਆਂਦੀ। ਪੀਰ ਭੀਖਮ ਸ਼ਾਹ ਨੂੰ ਆਖਣ ਲੱਗੇ, ਲਓ ਫਕੀਰ ਸਾਈਂ ਕਰੋ ਝੋਲੀ। ਉਹ ਕਹਿੰਦੇ ਮੈਂ ਇਹ ਕੁਛ ਨਹੀਂ ਲੈਣ ਆਇਆ। ਆਖੋ ਸਤਿਨਾਮ। ਮੈਂ ਮਾਇਆ ਲੈਣ ਨਹੀਂ ਆਇਆ, ਮੈਂ ਕੱਪੜੇ ਲੈਣ ਨਹੀਂ ਆਇਆ, ਮੈਂ ਰਸਦਾਂ ਬਸਦਾਂ ਲੈਣ ਨਹੀਂ ਆਇਆ। ਕਹਿੰਦੇ ਫਿਰ ਕੀ ਕਰਨਾ ਆ? ਕਹਿੰਦਾ ਮੈਂ ਤਾਂ ਖੁਦਾ ਦੇ ਦਰਸ਼ਨ ਕਰਨਾ, ਮੈਨੂੰ ਖੁਦਾ ਦੇ ਦਰਸ਼ਨ ਕਰਾਓ। ਹੁਣ ਉਧਰ ਇਹ ਸੀ ਕਿ ਜਿੰਨੀ ਦੇਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਉਂਦੇ, ਉਹ ਸ਼ਾਮ ਦੇ ਦੌਰੇ ਤੇ ਗਏ ਸੀ ਵੀ ਇਸ ਬਾਲਕ ਦੇ ਕਿਸੇ ਨੂੰ ਦਰਸ਼ਨ ਨਹੀਂ ਕਰਵਾਉਣੇ। ਉਹ ਬੇਨਤੀਆਂ ਕਰਦਾ, ਉਹ ਮੰਨਦੇ ਨਹੀਂ। ਪੀਰ ਭੀਖਮ ਸ਼ਾਹ ਫਿਰ ਇੱਕ ਗੱਲ ਕਹਿਣ ਲੱਗਿਆ, ਪੀਰ ਕੰਬਲੀ ਵਿਛਾ ਕੇ ਬਹਿ ਗਿਆ, ਦਰਸ਼ਨ ਕਰਕੇ ਜਾਊਂਗਾ। ਪੀਰ ਕੰਬਲੀ ਵਿਛਾ ਕੇ ਬਹਿ ਗਿਆ, ਦਰਸ਼ਨ ਕਰਕੇ ਜਾਊਂਗਾ। ਕਰਕੇ ਜਾਊਂਗਾ। ਪੀਰ ਕੰਬਲੀ ਵਿਛਾ ਕੇ ਬਹਿ ਗਿਆ,
ਖੁਮਸ਼ਾ ਆਖਣ ਲੱਗਿਆ ਤੁਹਾਡੀ ਮੌਜ ਆ, ਦੁਆਲਿਓਂ ਕੰਬਲੀ ਲਾ ਕੇ ਗਲੀ 'ਚ ਵਿਛਾ ਲਈ। ਕਹਿੰਦਾ ਹੁਣ ਤੋਂ ਬਾਅਦ ਨਾ ਮੈਂ ਪਾਣੀ ਪੀਣਾ, ਨਾ ਪ੍ਰਸ਼ਾਦਾ ਛਕਣਾ, ਨਾ ਮੈਂ ਕਿਸੇ ਨਾਲ ਗੱਲ ਕਰਨੀ ਹੈ। ਹੁਣ ਜਾਂ ਦਰਸ਼ਨ ਕਰੂੰਗਾ, ਨਹੀਂ ਮਰ ਕੇ ਹੀ ਉੱਠੂੰਗਾ। ਆਖੋ ਸਤਨਾਮ। 2 ਦਿਨ ਹੋ ਗਏ ਬੈਠੇ। ਮਾਮਾ ਕਿਰਪਾਲ ਚੰਦ ਜੀ ਬੜਾ ਸਮਝਾਉਂਦੇ, ਸ਼ੱਕ ਲੋ ਕੁਛ ਕਹਿੰਦੇ ਨੇ, ਖੁਦਾ ਦੇ ਦਰਸ਼ਨ ਚਾਹੀਦੇ। ਸਲਾਹ ਕੀਤੀ, ਕਹਿੰਦੇ ਚਲੋ ਜੋ ਇੰਨੀ ਫਕੀਰ ਕਹਿੰਦਾ ਤੇ ਦਰਸ਼ਨ ਕਰਵਾ ਦਿਓ, ਦੂਰੋਂ ਕਰਵਾ ਦਿਆਂਗੇ। ਪੀਰ ਭੀਖਮ ਸ਼ਾਹ ਨੂੰ ਆਖਣ ਲੱਗੇ ਤੁਹਾਡੀ ਗੋਦ 'ਚ ਨਹੀਂ ਦੇਣਾ, ਅਸੀਂ ਦੂਰੋਂ ਦਰਸ਼ਨ ਕਰਾਂਗੇ। ਕਹਿੰਦਾ ਮੈਨੂੰ ਪਰਵਾਹ ਨਹੀਂ। ਮਾਮਾ ਕਿਰਪਾਲ ਚੰਦ ਜੀ ਕੱਪੜਿਆਂ ਦੇ ਵਸਤਰਾਂ ਦੇ ਵਿੱਚ ਲਪੇਟ ਕੇ 6 ਮਹੀਨਿਆਂ ਦੀ ਉਮਰ, ਕਹਿੰਦੇ ਲਓ ਜੀ ਕਰ ਲਓ ਦਰਸ਼ਨ। ਪੀਰ ਭੀਖਮ ਸ਼ਾਹ ਹੁਣ ਘਰ ਤੋਂ ਚੱਲਿਆ ਸੀ ਕਿ ਦੇਖਣਾ ਹੈ ਜਿਹੜੇ 9 ਗੁਰੂ ਨੇ ਉਹ ਸਾਰਿਆਂ ਦੇ ਸਾਂਝੇ ਨੇ, ਕਿਸੇ ਇੱਕ ਦੇ ਨਹੀਂ। ਹੁਣ ਇਹ ਵੀ ਦੇਖਣਾ ਕਿ ਇਹ ਵੀ ਸਾਰਿਆਂ ਦਾ ਸਾਂਝਾ ਜਾਂ ਇਕੱਲਾ ਸਿੱਖਾਂ ਦਾ ਹੀ ਹੋਊਗਾ। ਆਖੋ ਸਤਨਾਮ। ਭਾਵਨਾ ਸੀ ਮਨ ਦੇ ਵਿੱਚ। 2 ਕੁੱਜੀਆਂ ਲਈਆਂ, ਇੱਕ ਦੇ ਵਿੱਚ ਦੁੱਧ, ਦੂਜੇ 'ਚ ਪਾਣੀ। ਬਾਲ ਗੋਬਿੰਦ ਰਾਜ ਜੀ ਦੀ ਅੱਗੇ 6 ਮਹੀਨਿਆਂ ਦੀ ਉਮਰ ਅੱਗੇ ਕਰ ਦਿੱਤੀ। ਉਹਨਾਂ ਨੇ ਦੋਨਾਂ ਵਸਤਰਾਂ ਦੇ ਵਿੱਚੋਂ ਦੋਨੋਂ ਹਸਤ ਕਮਲ ਬਾਹਰ ਕੱਢੇ ਤੇ ਦੋਨਾਂ ਕੁੱਜੀਆਂ ਦੇ ਉੱਪਰ ਰੱਖ ਦਿੱਤੇ। ਆਖੋ ਸਤਨਾਮ। ਪੀਰ ਭੀਖਮ ਸ਼ਾਹ ਨੇ ਕੁੱਜੀਆਂ ਮਾਰੀਆਂ ਭਗਾ ਕੇ, ਡੰਡੌਤ ਨਮਸਕਾਰ ਕਰਨ ਲੱਗ ਪਏ। ਮਾਮਾ ਕਿਰਪਾਲ ਚੰਦ ਜੀ ਪੁੱਛਣ ਲੱਗੇ ਕੀ ਗੱਲ ਸੀ ਇਹ? ਕਹਿੰਦਾ ਮੈਂ ਤਾਂ ਦੇਖਣਾ ਸੀ ਵੀ ਇਹ ਵੀ ਸਾਰਿਆਂ ਦੇ ਸਾਂਝੇ ਹੀ ਗੁਰੂ ਨੇ ਕਿ ਇਕੱਲੇ ਸਿੱਖਾਂ ਦੇ ਨੇ। ਇੱਕ 'ਚ ਮੈਂ ਦੁੱਧ ਪਾਇਆ ਸੀ, ਇੱਕ 'ਚ ਮੈਂ ਪਾਣੀ ਪਾਇਆ ਸੀ। ਮੈਂ ਮਨ ਦੇ ਵਿੱਚੋਂ ਅਰਦਾਸ ਕੀਤੀ ਸੀ, ਐ ਖੁਦਾ ਦੱਸ ਦੇ ਜੇ ਤੂੰ ਦੁੱਧ ਵਾਲੀ ਕੁੱਜੀ ਤੇ ਹੱਥ ਰੱਖਿਆ ਮੈਂ ਸਮਝਾਂਗਾ ਕਿ ਤੁਸੀਂ ਮੁਸਲਮਾਨਾਂ ਦੇ ਪੀਰ ਹੋ। ਜੇ ਪਾਣੀ ਵਾਲੀ ਤੇ ਹੱਥ ਰੱਖਿਆ ਸਮਝ ਲਵਾਂਗੇ ਤੁਸੀਂ ਹਿੰਦੂ ਸਿੱਖਾਂ ਦੇ ਹੋ। ਪਰ ਤੁਸੀਂ ਤਾਂ ਗੁਰੂ ਨਾਨਕ ਦਾ ਹੀ ਰੂਪ ਆ, ਦੋਹਾਂ ਤੇ ਹੀ ਹੱਥ ਰੱਖ ਦਿੱਤੇ। ਆਖੋ ਸਤਨਾਮ। ਬਾਜਾਂ ਵਾਲੇ ਪਾਤਸ਼ਾਹ ਜੀ ਦਾ ਬਚਨ ਹੈ, ਉਹ ਆਖਰੀ ਧਾਰਨਾ ਪੜ੍ਹ ਕੇ ਸਮਾਪਤ ਕਰਾਂਗੇ। ਇੱਕ ਪਹਿਚਾਨ ਬੋ मानस की जात सब, एक पहचान वो मानस की जात सब। सब एक पहचान, एक पिता एक इसके हम बारक तू मेरा गुर खाई।
अव्वल अल्लाह नूर उपाया कुदरत के सब बंदे एक नूर ते सब जग उपजया कौन भले को मंदे। सो गुरमुख प्यारी अज सैबे कमाल धन गुरु गोबिंद सिंह महाराज जी का प्रगट दिहाड़ा है। समूह संगतां नूं लख लख ਵਧਾਈਆਂ हों। सतगुरु महाराज किरपा करन साडे सारियां दे सिरां ते मेहर भरिया हथ रख के गुरसिੱਖੀ जीवन नाम दी दातां खंडे वटे दी पौल दे के जीवन सफला करन। आओ आखिरी तार पढ़ लें। हेमकुंट दे वासी नूं मैं बंदना वारो वार करां। हेमकुंट दे वासी नूं मैं बंदना वारो वार करां। हेमकुंट पर्वत है जहाँ सप्त श्रृंग शोभित है। तो सो गुरमुख प्यारियो बेनती है कि भाई धन गुरु गोबिंद सिंह महाराज जी पुत्रां दे दानी अमर दे दाते सरबंस दानी सारा बार के परिवार साडे लई वारिया। बेनती है कि खंडे बाटे दा अमर जरूर छको गुरु वाले बनो। फिर साहिब कृपा करनगे लोग सुखी है पर लोग सहेले नानकार प्रभ आपे मिले। गुरमुख प्यारे दिहाड़े तो उन्होंने समय तो मनाते आने मनाई जाने पर दिहाड़े मनाउण दा उदों पूरा फल है जिहदा दिहाड़ा मनाउने किते उहनूं मना लीए। आखो सतनाम। ते ओह तां मन्नणगे जे उन्हां दे बचनां ते पहरा देवांगे। आओ समय की समाप्ति हुई भुलों की खिमा। सारिया संगतां आनंद साहिब के पाठ जुड़ लेना करो। राम कली महला तीजा आनंद एक ओंकार सतगुर प्रसाद। आनंद पया मेरी मां सतगुरु मैं पाया। राग रतन परवार परियां शब्द गावन आया। कहे नानक आनंद हुआ सतगुरु मैं पाया। हर नाल रो तू मान मेरे दुख सब विचारना। सबना गल्लां समर
ਸਮਰਥ ਸੁਆਮੀ, ਸੋ ਕਿਉ ਮਨੋ ਵਿਚਾਰੇ। ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਬਚਾਵੇ। ਕਹੈ ਨਾਨਕ ਸੱਚੇ ਸਾਹਿਬ, ਕਿਆ ਨਹੀਂ ਘਰ ਤੇਰੇ ਸਾਚਾ, ਨਾਮ ਮੇਰਾ ਆਧਾਰ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਕਹੈ ਨਾਨਕ ਸੁਣੋ ਸੰਤੋ, ਸ਼ਬਦ ਹਰੋ ਤੇ ਹਾਰੋ ਸਾਚਾ, ਨਾਮ ਮੇਰਾ ਆਧਾਰੋ ਵਾਜੇ। ਪੰਚਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਕਹੈ ਨਾਨਕ ਤੈ ਸੁਖ ਹੋਆ, ਇਕ ਧਰਨ ਹਦ ਬਾਜੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਛੋਰੇ। ਸੰਤ ਸਾਜਨ ਤੈ ਸਰਸੇ, ਪੂਰੇ ਗੁਰ ਤੇ ਜਾਣੀ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਪੂਰੇ ਸਲੋਕ। ਅਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ। ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਬੋਲੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਫਤਿਹ। ਜਿਨੀ ਨਾਮ ਤੇ ਗਏ ਮਸ਼ਕਤ ਕਾ, ਨਾਨਕ ਤੇ ਮੁਖ ਉਜਲੇ, ਕੀਤੀ ਛੁਟੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ